विच बाणी अमृत सारे, गुर बाणी कहे सेवक जन मानै, पर तख गुरु निस्तारे। जो हमरी बिद होती मेरे सतगुरा, सा बिद तुम हर जानो आपे। हम रुलते फिरते कोई बात न तुझता, गुर सतगुर संग के हम तापे। एक उत्तम पंथ सुनियो गुर संगत, तेह मिलंत जम त्रास मिटाई। एक अरदास पाठ कीरत की, गुरु रामदास राखो शरणाई। धन धन साहिब श्री गुरु ग्रंथ साहिब जी दी पावन पवित्र मुबारक गोद अंदर जुड़ बैठ के सतगुरु जी दे इलाही वचनां दे नाल, इलाही कीर्तन दे नाल सांझ पा रहे सी। बहुत ही मिठी आवाज़ दे नाल सानू उस रब्बी हरजस दा आनंद लैण दे लई भाई साहब होनी समा दे रहे सन कि असीं उस बाणी नूं सुणदे सुणदे वो बाणी हो जाइए, बाणी नूं पढ़दे पढ़दे बाणी हो जाइए। मैं अक्सर कहना हुन्ना, बाणी सुनन, बाणी पढ़न, बाणी विचारन दा तां ही लाभ है जे असीं अपने आप नूं विचार लईए। गुरु ग्रंथ साहिब जी दी बाणी एक शीशा है, ते जिवें शीशे दे सामने खलो के असीं अपना बाहरी शिंगार करदे आ, इस तरीके दे नाल गुरबाणी दे सन्मुख बैठ के गुरबाणी नूं पढ़ के विचार के गुरबाणी नूं समझ के असीं अपने अंदर नूं सवारना है। कहानी इन्नी है। अज बाणी पढ़ी बहुत जा रही है, बाणी सुनाई भी बहुत जा रही है, सुनी भी बहुत जा रही है, प्रचार भी बहुत हो रहा है, ते घाट कित्थे है? घाट सिर्फ ते सिर्फ है इंप्लीमेंटेशन दे विच, लागू करन दे विच। जिन्नी देर तक गल लागू ना हो जाए उन्नी देर तक कही हुई गल का कोई असर नहीं होता, उस गल का लाभ ही कोई नहीं कि जे वो गल जिंदगी दे विच नहीं आई। रोजाना आपां पढ़दे हां, मेरे माधो जी करियो किरपा, मेरे माधो जी सत संगत मिले सो तरे। जेड़ा सत संगत दे विच आ गया, जिसने सत संगत विच बैठ के उस रब्बी गुणा दे नाल मिलाप कर लिया, वो मनुख जेड़ा है इदां मन्नो कि जिवें इस संसार दे विच तर गया। हुण तरन दा मतलब ये नहीं कि वो किते होर पहुंच गया, तरन दा मतलब है कि वो पदार्थां दे विच डुब्बण तो बच गया, लालच दे विच डुब्बण तो बच गया। जी बहस बताओ, वो दुनियावी गुंझलां दे विच पैणों बच गया। कहानी इन्नी है। ते जिवें रुख सुक रहा होवे ते उसनूं पानी दे दिता जाए, वो रुख दोबारा हरिया भरिया हो जाता है।
ਉਹ ਦੁਬਾਰਾ ਰੁੱਖ ਨੂੰ ਸ਼ਾਖਾਵਾਂ ਜਿਹੜੀਆਂ ਨੇ ਆ ਜਾਂਦੀਆਂ ਨੇ, ਉਸ ਰੁੱਖ ਨੂੰ ਦੁਬਾਰਾ ਉਹਦੇ ਹਰੇ ਭਰੇ ਪੱਤੇ ਹੋ ਜਾਂਦੇ ਨੇ, ਦੁਬਾਰਾ ਉਹ ਰੁੱਖ ਫਿਰ ਫਲ ਦੇਣ ਲੱਗ ਪੈਂਦਾ। ਇਹੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਗੁਰ ਪ੍ਰਸਾਦ ਪਰਮ ਪਦ ਪਾਇਆ। ਕਰਿਓ ਕਿਰਪਾ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਸੂਕੇ ਕਾਸ਼ਟ ਹਰਿਆ। ਸੁੱਕੇ ਹੋਏ ਰੁੱਖ ਹਰੇ ਹੋ ਜਾਂਦੇ ਨੇ। ਜਿਵੇਂ ਸੁੱਕਿਆ ਹੋਇਆ ਰੁੱਖ ਪਾਣੀ ਪਾਉਣ ਦੇ ਨਾਲ ਹਰਿਆ ਹੋ ਜਾਂਦਾ ਹੈ, ਏਦਾਂ ਹੀ ਸੁੱਕਿਆ ਹੋਇਆ ਮਨੁੱਖ, ਰੱਬ ਨਾਲੋਂ ਟੁੱਟਿਆ ਹੋਇਆ ਮਨੁੱਖ, ਦੁਨਿਆਵੀ ਮੁਸ਼ਕਲਾਂ ਦੇ ਵਿੱਚ ਉਲਝਿਆ ਹੋਇਆ ਮਨੁੱਖ, ਸਮਾਜ ਦੇ ਵਿੱਚ ਗੁਲਤਾਨ ਮਨੁੱਖ, ਸਿਰਫ ਮੈਂ ਤੇ ਮੇਰੀ ਕਰਕੇ ਜਿਉਣ ਵਾਲਾ ਮਨੁੱਖ ਜਿਹੜਾ ਗੁਲਤਾਨ ਹੋਇਆ ਪਿਆ ਹੈ, ਸੁੱਕਿਆ ਪਿਆ ਹੈ, ਸੜਿਆ ਪਿਆ ਹੈ, ਨਫ਼ਰਤ ਦੇ ਵਿੱਚ, ਈਰਖਾ ਦੇ ਵਿੱਚ, ਦਵੈਸ਼ ਭਾਵਨਾ ਦੇ ਵਿੱਚ, ਬੇਈਮਾਨੀ ਦੇ ਵਿੱਚ ਜਿਹੜਾ ਸੜਿਆ ਪਿਆ ਹੈ, ਗੁਰੂ ਦੀ ਸੰਗਤ ਦੇ ਵਿੱਚ ਆ ਕੇ ਉਹ ਹਰਿਆ ਹੋ ਜਾਂਦਾ। ਜਿਵੇਂ ਇੱਕ ਰੁੱਖ ਸੁੱਕ ਰਿਹਾ ਹੋਵੇ ਤੇ ਉਹਨੂੰ ਪਾਣੀ ਮਿਲ ਜਾਏ ਤੇ ਹਰਿਆ ਹੋ ਜਾਂਦਾ, ਐਵੇਂ ਮਨੁੱਖ ਨੂੰ ਗੁਰੂ ਦੀ ਬਾਣੀ ਦਾ ਓਟ ਆਸਰਾ ਮਿਲ ਜਾਏ ਤੇ ਉਹ ਮਨੁੱਖ ਵੀ ਹਰਿਆ ਭਰਿਆ ਹੋ ਜਾਂਦਾ। ਗੱਲ ਸਿਰਫ ਸਮਝਣ ਦੀ ਹੈ, ਮਹਿਸੂਸ ਕਰਨ ਦੀ ਹੈ। ਤੇ ਮੈਂ ਪਹਿਲਾਂ ਵੀ ਸ਼ਾਇਦ ਬੇਨਤੀ ਕੀਤੀ ਹੋਏਗੀ ਕਿ ਜਦੋਂ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਿਨ ਮਨਾਉਂਦੇ ਆ ਤੇ ਸਾਨੂੰ ਸਮਝਣਾ ਚਾਹੀਦਾ ਹੈ, ਅੱਜ ਮਨੁੱਖ ਦੇ ਉੱਤੇ ਇੱਕ ਨਿੱਕਾ ਜਿਹਾ ਦੁੱਖ ਆ ਜਾਏ ਨਾ ਤੇ ਮਨੁੱਖ ਇੰਨਾ ਕੁ ਟੁੱਟ ਜਾਂਦਾ ਹੈ, ਇੰਨਾ ਕੁ ਉਲਝ ਜਾਂਦਾ ਹੈ, ਇੰਨਾ ਕੁ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ, ਇੰਨਾ ਕੁ ਸਟ੍ਰੈਸ ਹੋ ਜਾਂਦਾ ਹੈ ਕਿ ਉਹ ਆਪਣਿਆਂ ਦੇ ਨਾਲ ਗੱਲ ਕਰਨੋਂ ਹੀ ਦੂਰ ਹੋ ਜਾਂਦਾ ਹੈ ਕਿ ਮੈਨੂੰ ਨਾ ਬੁਲਾਓ, ਮੈਂ ਇਸ ਵਕਤ ਟੈਨਸ਼ਨ ਦੇ ਵਿੱਚ ਆ, ਮੈਂ ਨਹੀਂ ਤੁਹਾਡੀ ਗੱਲ ਸੁਣ ਸਕਦਾ। ਹਰ ਇੱਕ ਮਨੁੱਖ ਦੇ ਇਹੀ ਦਾਸਤਾਨ। ਤੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਿਨ ਮਨਾਉਂਦੇ ਆ ਨਾ, ਤੇ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦਾ ਸ਼ਾਇਦ ਹੀ ਕੋਈ ਦੁੱਖ ਹੈ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਤੇ ਭਾਈ ਜੇਠੇ ਦੇ, ਜਿਹਨੂੰ ਭਾਈ ਜੇਠਾ ਜੀ ਕਹਿੰਦੇ, ਉਹਨਾਂ ਤੇ ਨਾ ਆਇਆ ਹੋਵੇ। 2 ਸਾਲ ਦੀ ਉਮਰ ਹੈ ਤੇ ਮਾਤਾ ਜੀ ਅਕਾਲ ਚਲਾਣਾ ਕਰ ਗਏ। 7 ਸਾਲ ਦੇ ਹੋਏ ਤੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਤੇ ਜਰਾ ਸੋਚ ਕੇ ਵੇਖੋ, ਅੱਜ ਦੇ ਮਾਹੌਲ ਦੇ ਵਿੱਚ ਜਿਸ ਬੱਚੇ ਦੀ ਮਾਤਾ 2 ਸਾਲ ਦੀ ਉਮਰ 'ਚ ਗੁਜ਼ਰ ਜਾਏ, ਉਹ ਬੱਚਾ 7 ਸਾਲ ਦਾ 10 ਸਾਲ ਦਾ ਹੋਵੇ ਤੇ ਉਹਦਾ ਪਿਤਾ ਗੁਜ਼ਰ ਜਾਏ, ਉਹ ਭਲਾ ਅੱਜ ਦੇ ਸਮਾਜ ਦੇ ਵਿੱਚ ਸਰਵਾਈਵ ਕਰ ਪਾਏਗਾ? ਲੋਕਾਂ ਨੇ ਨਹੀਂ ਕਰਨ ਦੇਣਾ, ਲੋਕਾਂ ਨੇ ਨਹੀਂ ਜੀਣ ਦੇਣਾ। ਇਹ ਤਾਂ ਗੱਲ ਛੱਡੋ, ਕਿਸੇ ਦੇ ਘਰ 2 ਧੀਆਂ ਜਨਮ ਲੈ ਲੈਣ ਨਾ, ਤੇ ਜੇ ਤੀਜੀ ਧੀ ਕਿਤੇ ਆ ਜਾਏ ਬਦਕਿਸਮਤੀ ਦੇ ਨਾਲ, ਤੇ ਉਹਨਾਂ ਦਾ ਜੀਣਾ ਮੁਹਾਰ ਕੀਤਾ ਹੁੰਦਾ ਕਿ ਹੈ ਰੱਬ ਨੇ ਸਾਰੇ ਪੱਥਰ ਤੁਹਾਡੇ ਘਰ ਹੀ ਦੇਣੇ ਸੀ। ਅੱਛਾ, ਫਿਰ ਦੁੱਖ ਦੀ ਗੱਲ ਇਹ ਹੈ ਜਿਹੜੇ ਕਹਿ ਰਹੇ ਉਹ ਖੁਦ ਪੱਥਰ ਨੇ, ਹੈਗੇ ਉਹ ਵੀ ਪੱਥਰ ਨੇ ਜਿਹੜੇ ਕਹਿ ਰਹੇ ਨੇ। ਸੋਚ ਕੇ ਵੇਖਿਓ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇੱਕ ਪਾਸੇ ਜੀਵਨ ਵੇਖਿਓ ਤੇ ਇੱਕ ਪਾਸੇ ਅੱਜ ਆਪਣੇ ਸਮਾਜ ਦਾ ਮਾਹੌਲ ਤੇ ਹਾਲਾਤ ਵੇਖਿਓ। ਮੈਨੂੰ ਬੜੇ ਲੋਕ ਮਿਲਣਗੇ, ਤੁਹਾਨੂੰ ਵੀ ਮਿਲਦੇ ਹੋਣਗੇ, ਤੁਹਾਡੇ ਆਂਢ ਗੁਆਂਢ, ਤੁਹਾਡੇ ਲਾਗੇ ਬੰਨੇ ਬੜੇ ਹੋਣਗੇ ਜਿਹੜੇ ਆਪਣੀ ਜ਼ਿੰਦਗੀ ਤੋਂ ਨਾ ਬਹੁਤ ਨਿਰਾਸ਼ ਹੋਣਗੇ ਤੇ ਕਹਿਣਗੇ, ਕਰਤੇ ਮੈਂ ਬੜਾ ਕੁਛ ਲੈਣਾ ਸੀ, ਮੇਰੇ ਭਰਾ ਨੇ ਸਾਥ ਨਹੀਂ ਦਿੱਤਾ ਮੇਰਾ, ਉਹ ਮੈਂ ਤੇ ਬੜੀ ਅੱਗੇ ਲੰਘ ਜਾਣਾ ਸੀ, ਮੈਂ ਤੇ ਬੜਾ ਕੁਛ ਕਰ ਲੈਣਾ ਸੀ, ਮੇਰੇ ਬਾਪ ਨੇ ਮੇਰਾ ਸਾਥ ਨਹੀਂ ਦਿੱਤਾ। ਦੇਖਿਓ ਹਾਂ ਭਾਈ ਜੇਠੇ ਦਾ ਜੀਵਨ। ਜਿਸ ਭਾਈ ਜੇਠੇ ਦੇ ਬਾਬਤ ਲੋਕ ਇਹ ਗੱਲਾਂ ਕਰਦੇ ਨੇ ਕਿ ਇਹ ਯਤੀਮ ਹੋ ਗਿਆ ਹੈ, ਇਹਦਾ ਬਸ਼ਰ ਕਿਵੇਂ ਹੋਏਗਾ, ਇਹਦਾ ਗੁਜ਼ਾਰਾ ਕਿਵੇਂ ਹੋਏਗਾ, ਉਸੇ ਭਾਈ ਜੇਠੇ ਨੂੰ ਗੁਰੂ ਰਾਮਦਾਸ ਬਣਨ ਤੋਂ ਬਾਅਦ ਵਿੱਚ ਭੱਟ ਕੀਰਤ ਜੀ ਇੱਕ ਅਰਦਾਸ ਕਰਦੇ ਨੇ, ਜਿਹੜੇ ਭਾਈ ਸਾਹਿਬ ਪੜ੍ਹ ਰਹੇ ਸੀ ਬੜੇ ਸੋਹਣੇ ਬੋਲ। ਭੱਟ ਕੀਰਤ ਜੀ ਇੱਕ ਅਰਦਾਸ ਕਰਦੇ ਨੇ। 11 ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। ਸਭ ਤੋਂ ਵੱਧ ਬਾਣੀ ਰਚਨਾ ਜਿਹੜੀ ਹੈ ਉਹ ਭੱਟ ਕਲ ਸਹਾਰ ਦੀ ਗੁਰੂ ਗ੍ਰੰਥ ਸਾਹਿਬ ਚ ਅੰਕਿਤ ਹੈ। ਤੇ ਇਹ 11 ਦੇ 11 ਭੱਟ ਜਿਹੜੇ ਨੇ ਆਪਸ ਦੇ ਵਿੱਚ ਕੁਟੰਬੀ ਨੇ, ਆਪਸ ਦੇ ਵਿੱਚ ਰਿਸ਼ਤੇਦਾਰ ਨੇ, ਸਾਕ ਸੰਬੰਧੀ ਨੇ ਆਪਸ ਦੇ ਵਿੱਚ। ਤੇ ਭੱਟ ਕੀਰਤ ਤੇ ਭੱਟ ਮਥਰਾ ਜੀ
ਸਿਰਫ ਕਲਮ ਹੀ ਨਹੀਂ ਚਲਾਉਣੀ ਜਾਣਦੇ। ਹਰਗੋਬਿੰਦਪੁਰੇ ਦੀ ਜਿਹੜੀ ਜੰਗ ਲੜੀ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ 1628 ਦੇ ਵਿੱਚ, ਉਹਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀ ਇਹਨਾਂ। ਤੇ ਉਹ ਭੱਟ ਕੀਰਤ ਜੀ ਆਪਣੀ ਕਲਮ ਤੋਂ ਇਹ ਗੱਲ ਕਹਿੰਦੇ ਨੇ, ਲਿਖਦੇ ਨੇ, ਤੇ ਸਾਡੀ ਕਾਸ਼ ਇਹ ਅਰਦਾਸ ਬਣ ਜਾਏ। ਇੱਕ ਅਰਦਾਸ ਪੜਿਓ ਸਾਰੇ, ਇੱਕ ਅਰਦਾਸ ਭੱਟ ਕੀਰਤ ਕੀ। ਭੱਟ ਕੀਰਤ, ਕੀਰਤ ਨਾਮ ਹੈ ਉਹਨਾਂ ਦਾ। ਇੱਕ ਅਰਦਾਸ ਭੱਟ ਕੀਰਤ ਕੀ। ਕੀ ਅਰਦਾਸ ਭਲਾ? ਗੁਰੂ ਰਾਮਦਾਸ, ਕਰਿਓ ਕਿਰਪਾ ਸਾਰੇ, ਗੁਰੂ ਰਾਮਦਾਸ ਰੱਖੋ ਸ਼ਰਣਾ। ਜਿਸ ਭਾਈ ਜੇਠੇ ਦੇ ਬਾਰੇ ਲੋਕ ਇਹ ਕਹਿੰਦੇ ਸੀ ਕਿ ਇਹਦਾ ਗੁਜ਼ਾਰਾ ਕਿਵੇਂ ਹੋਏਗਾ, ਤੇ ਅੱਜ ਉਸੇ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਲੈਣਾ ਲੱਗੀਆਂ ਪਈਆਂ। ਤੇ ਸਾਰੇ ਹੀ ਅਰਦਾਸ ਕੀ ਕਰਦੇ ਨੇ ਕਿ ਗੁਰੂ ਰਾਮਦਾਸ ਕਿਰਪਾ ਕਰੀ, ਤੇਰੇ ਦਰ ਤੇ ਆਏ ਐ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਲੱਭਦਾ ਹੀ ਨਹੀਂ ਕਿਤੇ ਹੋਰ, ਤੇਰੇ ਵਰਗਾ ਦਰ ਹੈ ਹੀ ਨਹੀਂ ਕਿਤੇ ਹੋਰ, ਤੇਰੇ ਵਰਗੀਆਂ ਬਖਸ਼ਿਸ਼ਾਂ ਹੈ ਹੀ ਨਹੀਂ ਕਿਤੇ ਹੋਰ। ਮੈਨੂੰ ਬੜੇ ਵੀਰ ਮਿਲਣਗੇ, ਫੋਨ ਕਰਨਗੇ, ਬੜੇ ਸਟ੍ਰੈਸ ਆ ਜੀ, ਸਾਡਾ ਮਨ ਹੈ ਇੱਕ ਵਾਰ ਤੇ ਅੰਮ੍ਰਿਤਸਰ ਆਈਏ। ਭਾਵੇਂ ਉਹ ਵੱਖਰੀ ਗੱਲ ਹੈ ਕਿ ਉੱਥੇ ਸ਼ਾਇਦ ਉਹ ਵਾਈਬਸ, ਉਹ ਮਾਹੌਲ ਇਸ ਵਕਤ ਨਹੀਂ ਦਿੱਤਾ ਜਾ ਰਿਹਾ ਆਉਣ ਵਾਲਿਆਂ ਨੂੰ, ਪਰ ਸਾਡੀ ਭਾਵਨਾ ਤੇ ਜੁੜੀ ਹੋਈ ਹੈ ਨਾ। ਇੱਕ ਅੰਦਰ ਇੱਕ ਅਰਦਾਸ ਤੇ ਹੈ ਨਾ ਕਿ ਕਿਸੇ ਦਾ ਕੋਈ ਕੰਮ ਨਾ ਬਣਦਾ ਹੋਵੇ ਤੇ ਬੰਦਾ ਇਹ ਜ਼ਰੂਰ ਸੋਚਦਾ ਹੈ ਕਿ ਇੱਕ ਵਾਰ ਗੁਰੂ ਰਾਮਦਾਸ ਦੇ ਚਰਨਾਂ 'ਚ ਜਾਈਏ, ਆਪੇ ਕੰਮ ਬਣ ਜਾਣਾ। ਇਹ ਉਸ ਗੁਰੂ ਰਾਮਦਾਸ ਬਾਰੇ ਹੈ ਜਿਹਦੇ ਬਾਬਤ ਇਹ ਲੋਕ ਗੱਲ ਕਹਿੰਦੇ ਸੀ ਕਿ ਇਹਦਾ ਗੁਜ਼ਾਰਾ ਕਿਵੇਂ ਹੋਏਗਾ। ਆ ਪਿਛਲੇ ਦਿਨਾਂ ਦੇ ਵਿੱਚ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਸੈਕਿੰਡ ਜਿਹੜੀ ਹੈ ਉਹ ਅਕਾਲ ਚਲਾਣਾ ਕਰ ਗਈ। ਭਾਰਤੀਆਂ ਨੇ ਵੀ ਬੜੇ ਸੋਗ ਮਨਾਏ। ਪਤਾ ਨਹੀਂ ਸਾਡੇ ਲੋਕਾਂ ਨੂੰ ਸਮਝ ਆਈ ਕਿ ਨਹੀਂ ਆਈ, ਪਰ ਦੇਖਾ ਦੇਖੀ ਦਾ ਜ਼ਮਾਨਾ ਹੈ ਨਾ, ਟਿਕਟੌਕ ਦਾ, ਸੋਸ਼ਲ ਮੀਡੀਆ ਦਾ। ਉਹਨੇ ਪੋਸਟ ਪਾਈ ਤੇ ਮੈਂ ਵੀ ਪਾਉਣੀ। ਉਹ ਭਾਰਤ ਆਈ ਇੱਕ ਵਾਰ, ਉਦੋਂ ਆਈ.ਕੇ. ਗੁਜਰਾਲ ਇੰਡੀਆ ਦਾ ਪ੍ਰਾਈਮ ਮਿਨਿਸਟਰ ਸੀ। ਹੁਣ ਜਿਹੜੀ ਗੱਲ ਮੈਂ ਅਟੈਚ ਕਰਨ ਲੱਗਾ ਉਹਨੂੰ ਸਮਝਿਓ। ਉਹ ਭਾਰਤ ਆਈ ਤੇ ਉਹਨੇ ਇੱਛਾ ਜ਼ਾਹਰ ਕੀਤੀ ਕਿ ਮੈਂ ਸਿੱਖਾਂ ਦਾ ਜਿਹੜੀ ਹੋਲੀ ਪਲੇਸ ਹੈ ਮੈਂ ਉੱਥੇ ਜਾਣਾ ਚਾਹੁੰਦੀ ਹਾਂ। ਉਹਨੇ ਸੁਣਿਆ ਹੋਏਗਾ, ਪੜ੍ਹਿਆ ਹੋਏਗਾ ਕਿਤੇ ਨਾ ਕਿਤੇ। ਤੇ ਆਈ.ਕੇ. ਗੁਜਰਾਲ ਦੇ ਨਾਲ ਉਹ ਦਰਬਾਰ ਸਾਹਿਬ ਆਈ, ਨਤਮਸਤਕ ਹੋਈ, ਉਹਨੇ ਸਜਦਾ ਕੀਤਾ, ਪ੍ਰਕਰਮਾ ਕੀਤੀਆਂ, ਅੰਦਰ ਬੈਠ ਕੇ ਕੀਰਤਨ ਸੁਣਿਆ। ਤੇ ਜੋ ਮੇਰਾ ਮੰਨਣਾ ਹੈ ਕਿ ਸ਼ਾਇਦ ਉਹਨੂੰ ਕੀਰਤਨ ਨਹੀਂ ਸਮਝ ਆਇਆ ਹੋਏਗਾ, ਕਿਉਂਕਿ ਬਰਤਾਨੀਆ ਦੇ ਵਿੱਚ, ਇੰਗਲੈਂਡ 'ਚ ਜੰਮਪਲ ਹੈ, ਉੱਥੋਂ ਦੀ ਉਹ ਮਹਾਰਾਣੀ ਹੈ, ਤੇ ਸ਼ਾਇਦ ਉਹਨੂੰ ਪੰਜਾਬੀ, ਸ਼ਾਇਦ ਕਹਿ ਰਿਹਾ, ਉਹਨੂੰ ਸਮਝ ਨਹੀਂ ਆਉਂਦੀ ਹੋਏਗੀ, ਗੁਰਮੁਖੀ ਸ਼ਾਇਦ ਨਹੀਂ ਸਮਝ ਆਉਂਦੀ ਹੋਏਗੀ, ਬਾਣੀ ਸ਼ਾਇਦ ਉਹਨੂੰ ਸਮਝ ਨਾ ਆਈ ਹੋਏ। ਪਰ ਉੱਥੋਂ ਬਾਹਰ ਆਉਣ ਤੋਂ ਬਾਅਦ ਵਿੱਚ ਉਹਨੇ ਇੱਕ ਗੱਲ ਕਹੀ ਸੀ ਬੜੀ ਪਿਆਰੀ। ਕਹਿੰਦੀ ਸੀ, ਇਸ ਜਗ੍ਹਾ ਦੇ ਉੱਤੇ ਆ ਕੇ ਮੈਨੂੰ ਇਦਾਂ ਲੱਗਦਾ ਹੈ ਕਿ ਦੁਨੀਆ ਤੇ ਸਭ ਤੋਂ ਵੱਧ ਜੇ ਕਿਤੇ ਸ਼ਾਂਤੀ ਹੈ ਤੇ ਉਹ ਇਸ ਜਗ੍ਹਾ ਦੇ ਉੱਤੇ। ਉਸ ਤੋਂ ਬਾਅਦ ਆਈ.ਕੇ. ਗੁਜਰਾਲ ਸਿਫਾਰਿਸ਼ ਕਰਦਾ ਹੈ ਕਿ ਇਹਦੇ ਨਾਲ ਇੱਕ ਦੁਰਗਿਆਣਾ ਮੰਦਿਰ ਹੈ, ਆਓ ਉੱਥੇ ਵੀ ਨਤਮਸਤਕ ਹੋ ਜਾਈਏ, ਉੱਥੇ ਵੀ ਮੱਥਾ ਟੇਕ ਲਓ। ਕਹਿੰਦੀ ਕੀ ਹੋਏਗਾ? ਕਹਿੰਦਾ ਉੱਥੇ ਵੀ ਸਕੂਨ ਮਿਲੇਗਾ। ਕਹਿੰਦੀ ਜਿੰਨਾ ਮੈਨੂੰ ਸਕੂਨ ਜਿੰਨਾ ਕਿ ਚਾਹੀਦਾ ਸੀ ਇੰਨਾ ਮਿਲ ਗਿਆ, ਹੁਣ ਮੈਨੂੰ ਇਸ ਤੋਂ ਵੱਧ ਸਕੂਨ ਦੀ ਕੋਈ ਆਸ ਨਹੀਂ ਹੈ। ਸਾਡੇ ਭਲਾ ਕਿ ਇਸ ਸਾਰੇ ਸ਼ਹਿਰ ਦੇ ਵਿੱਚ ਇੰਨੇ ਕਿ ਸਿੱਖ ਨੇ ਭਲਾ? ਕਈ ਰੇੜੀਆਂ ਤੇ ਖਲੋਤੇ ਹੋਣੇ ਆ, ਕਈ ਉਹ ਵਾਲਮੀਕ ਵਾਲੇ ਪਾਸੇ ਗਏ ਹੋਣੇ ਕਿ ਸ਼ਾਇਦ ਉਹਨੇ ਸ੍ਰਿਸ਼ਟੀ ਸਾਜੀ ਹੈ। ਜਿਹੜੀ ਭਾਵਨਾ ਮੈਂ ਕਹਿਣ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਦੇ ਦਰ ਦੇ ਉੱਤੇ ਸਿੱਖ ਕਿਵੇਂ ਜਾ ਸਕਦਾ? ਫਿਰ ਉਸ ਗੁਰੂ ਰਾਮਦਾਸ ਪਾਤਸ਼ਾਹ ਨੂੰ ਛੱਡ ਕੇ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਸਟਰਗਲ ਕੀਤਾ ਹੋਵੇ, ਜਿਹੜੇ ਖੁਦ ਯਤੀਮ ਅਖਵਾਏ ਜਾਂਦੇ ਹੋਣ, ਤੇ ਉਹਨਾਂ ਦੀ ਜ਼ਿੰਦਗੀ ਹਿਸਟਰੀ ਪੜ੍ਹਿਓ ਇੱਕ ਵਾਰ ਸਾਰੇ ਹੀ ਘਰਾਂ ਦੇ ਵਿੱਚ। ਮੈਂ ਪ੍ਰਬੰਧਕਾਂ ਨੂੰ ਵੀ ਬੇਨਤੀ ਕਰਾਂਗਾ, ਭੇਜ ਮੈਂ ਦੇਵਾਂਗਾ, ਮੈਟਰ ਛਪਵਾ ਕੇ ਜ਼ਰੂਰ ਸਾਰੇ ਘਰਾਂ 'ਚ ਇੱਕ ਵਾਰ ਜ਼ਰੂਰ ਭੇਜਿਓ, ਜ਼ਰੂਰ ਪੜ੍ਹਿਓ ਸਾਰੇ ਜਾਣੇ। ਹੁਣ ਇੰਨਾ ਸਮਾਂ ਨਹੀਂ ਕਿ ਮੈਂ ਸਾਰਾ ਵਿਸਤਾਰ 'ਚ ਲੈ ਕੇ ਜਾਵਾਂ, ਪਰ ਮੈਂ ਵਿੱਚੋਂ ਕੋਡ ਕਰਾਂਗਾ ਗੱਲਾਂ। ਇੱਕ ਉਹ ਬੱਚਾ ਜਿਹਦੇ ਸਿਰ ਦੇ ਉੱਤੋਂ ਮਾਂ ਬਾਪ ਦਾ ਸਾਇਆ ਉੱਠ ਗਿਆ, ਨਾਨੀ ਦੇ ਨਾਲ ਗੋਇੰਦਵਾਲ ਸਾਹਿਬ ਆ ਗਿਆ।
ਤੇ ਇੱਥੇ ਆ ਕੇ ਉਹਨੇ ਤਾਲੀਮ ਲੈਣੀ ਸ਼ੁਰੂ ਕੀਤੀ, ਵਿੱਦਿਆ ਲੈਣੀ ਸ਼ੁਰੂ ਕੀਤੀ, ਪੜ੍ਹਾਈ ਕਰਨੀ ਸ਼ੁਰੂ ਕੀਤੀ। ਇਸ ਗੱਲ ਦਾ ਪਤਾ ਕਿੱਥੋਂ ਲੱਗਦਾ ਹੈ ਕਿ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਪੜ੍ਹਦੇ ਆ ਨਾ, ਤੇ ਸਭ ਤੋਂ ਔਖੇ ਸੰਤ, ਸ਼ਾਇਦ ਮੈਂ ਪਿਛਲੇ ਸਾਲ ਵੀ ਇਹ ਕਿਹਾ ਹੋਵੇ ਕਿ ਸਭ ਤੋਂ ਔਖੇ ਸੰਤ ਜਿਹੜੇ ਨੇ ਨਾ, ਉਹ ਗੁਰੂ ਰਾਮਦਾਸ ਪਾਤਸ਼ਾਹ ਦੇ। ਤੇ ਉਹ ਕੱਲੇ ਸਿਰ ਤੇ ਟੋਕਰੀਆਂ ਚੁੱਕ ਕੇ ਨਹੀਂ ਜੇ ਆਏ। ਉਹ ਕੱਲੀ ਟੋਕਰੀ ਢੋਣ ਦੇ ਨਾਲ ਨਹੀਂ ਇਹ ਗੱਲ ਸਮਝ ਆਈ ਹੋਏਗੀ। ਮੈਂ ਇੱਕ ਹੋਰ ਬੇਨਤੀ ਕਰਦਾ, ਜਦੋਂ ਗੁਰੂ ਸਾਹਿਬਾਨ ਨੂੰ ਕਿਸੇ ਵੀ ਰਾਜੇ ਦੇ ਨਾਲ ਜਾਂ ਕਿਸੇ ਵੀ ਹੋਰ ਦਰਬਾਰ ਦੇ ਵਿੱਚ ਜਾ ਕੇ ਧਰਮ ਦੀ ਗੱਲ ਕਰਨ ਦੀ ਜ਼ਰੂਰਤ ਪਈ ਨਾ, ਤੇ ਗੁਰੂ ਸਾਹਿਬਾਨ ਨੇ ਉਸ ਵਕਤ ਦਾ ਆਪਣਾ ਚੋਟੀ ਦਾ ਸ਼ਾਗਿਰਦ ਚੁਣਿਆ, ਜਿਹੜਾ ਹਰ ਇੱਕ ਪੱਖ ਦੇ ਵਿੱਚ ਮੁਹਾਰਤ ਰੱਖਦਾ ਸੀ, ਜਿਹੜਾ ਹਰ ਇੱਕ ਸਿਧਾਂਤ ਨੂੰ ਬੜੇ ਚੰਗੇ ਤਰੀਕੇ ਨਾਲ ਜਾਣਦਾ ਸੀ। ਭਾਵੇਂ ਉਹ ਰਾਮ ਰਾਏ ਹੋਵੇ, ਉਹ ਵੀ ਸਾਡੀਆਂ ਬੇਸਮਝੀਆਂ 'ਚ ਰੁਲ ਗਿਆ, ਤੇ ਭਾਵੇਂ ਉਹ ਭਾਈ ਜੇਠਾ ਜੀ ਹੋਵੇ। ਅਕਬਰ ਦੇ ਕੋਲ ਸ਼ਿਕਾਇਤਾਂ ਪਹੁੰਚੀਆਂ ਕਿ ਗੁਰੂ ਅਮਰਦਾਸ ਬਾਕੀ ਧਰਮਾਂ ਦੀ ਖਿਲਾਫੀਅਤ ਕਰਦਾ ਹੈ, ਬਾਕੀ ਧਰਮਾਂ ਨੂੰ ਮਾੜਾ ਕਹਿੰਦਾ ਹੈ, ਬਾਕੀ ਧਰਮਾਂ ਨੂੰ ਮੰਦਾ ਕਹਿੰਦਾ ਹੈ। ਤੇ ਬੁਲਾਵਾ ਆਇਆ ਰਾਜ ਦਰਬਾਰ ਦੇ ਵਿੱਚੋਂ ਗੁਰੂ ਅਮਰਦਾਸ ਪਾਤਸ਼ਾਹ ਨੂੰ, ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਦੀ ਚੋਣ ਕੀਤੀ ਭਲਾ ਅਕਬਰ ਨੂੰ ਜਾ ਕੇ ਸਿੱਖੀ ਸਿਧਾਂਤ ਸਮਝਾਉਣ ਲਈ? ਭਲਾ ਦੱਸਿਓ। ਹਾਂ, ਕਹਿੰਦੇ ਭਾਈ ਜੇਠਾ ਜੀ ਦੀ। ਤੇ ਐਵੇਂ ਟੋਕਰੀ ਚੁੱਕ ਕੇ ਤੁਰੇ ਜਾਂਦੇ ਬੰਦੇ ਨੂੰ ਤਾਂ ਨਹੀਂ ਕਹਿਤਾ ਹੋਊਗਾ ਕਿ ਤੂੰ ਟੋਕਰੀ ਛੱਡ ਤੇ ਜਾ ਉੱਥੇ ਜਾ ਕੇ ਜਵਾਬ ਦੇ। ਅੱਜ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਚੋਂ ਹੀ ਨਾ ਕਿਸੇ ਨੂੰ ਪੁੱਛ ਲਓ, ਹੋਰ ਤੇ ਚਲੋ ਆਮ ਸਿੱਖ ਦੀ ਤੇ ਗੱਲ ਛੱਡੋ, ਜਿਹੜਾ ਕੋਈ ਪੱਕਾ ਵਜ਼ੀਰ ਹੋਵੇ ਨਾ ਗੁਰੂ ਸਾਹਿਬ ਦਾ, ਉਹਨੂੰ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਾਣੀ ਦੇ ਕਈ ਏਦਾਂ ਦੇ ਸ਼ਬਦ ਨੇ, ਉਹਨਾਂ ਦੇ ਅਰਥ ਪੁੱਛ ਲਓ ਤੇ ਸ਼ਾਇਦ ਉਹਨਾਂ ਨੂੰ ਵੀ ਪਤਾ ਨਾ ਹੋਣ। ਇਵਨ ਕਿ ਅੱਜ ਇੰਨੀ ਟੈਕਨੋਲੋਜੀ ਜਿਹੜੀ ਹੈ ਉਹ ਅਪਡੇਟ ਹੋ ਗਈ ਹੈ। ਇਹਦਾ ਮਤਲਬ ਭਾਈ ਜੇਠਾ ਜੀ ਵਿਦਿਆ ਦੇ ਮਾਰਤੰਡ ਸਨ, ਉਹ ਵਿਦਿਆ ਹਾਸਲ ਕਰਦੇ ਸਨ, ਉਹਨਾਂ ਨੇ ਵਿਦਿਆ ਹਾਸਲ ਕੀਤੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਨੇ। ਕਿੰਨੇ ਰਾਗ ਨੇ? 31। 31 ਦੇ ਵਿੱਚੋਂ 30 ਰਾਗਾਂ ਦੇ ਵਿੱਚ ਬਾਣੀ ਹੈ ਭਾਈ ਜੇਠਾ ਜੀ ਦੀ, ਗੁਰੂ ਰਾਮਦਾਸ ਪਾਤਸ਼ਾਹ ਜੀ। ਤੇ ਰਾਗਾਂ ਦੀ ਮੁਹਾਰਤ ਐਵੇਂ ਥੋੜਾ ਆ ਗਈ ਹੋਏਗੀ, ਕਿਤੇ ਸਿੱਖਿਆ ਲਈ ਹੋਏਗੀ ਨਾ, ਕਿਤੇ ਪੜ੍ਹੇ ਹੋਣਗੇ ਨਾ, ਕਿਤੇ ਤਾਲੀਮ ਹਾਸਲ ਕੀਤੀ ਹੋਏਗੀ ਨਾ, ਕਿਤੇ ਨਾ ਕਿਤੇ ਬੈਠ ਕੇ ਉਹਨਾਂ ਨੇ। ਜਿੱਥੇ ਉਹ ਘੁੰਗਣੀਆਂ ਵੇਚਦੇ ਸਨ, ਕਿਰਤ ਨਾਲ ਜੁੜੇ ਸਨ, ਉੱਥੇ ਨਾਲ ਦੀ ਨਾਲ ਉਹ ਵਿਦਿਆ ਵੀ ਗ੍ਰਹਿਣ ਕਰ ਰਹੇ ਸਨ, ਉੱਥੇ ਨਾਲ ਦੇ ਨਾਲ ਵਿਦਿਆ ਵੀ ਉਸ ਪੜ੍ਹ ਰਹੇ ਸਨ। ਅਕਬਰ ਦੇ ਦਰਬਾਰ ਦੇ ਵਿੱਚ ਭਾਈ ਜੇਠਾ ਜੀ ਦੀ ਚੋਣ ਹੁੰਦੀ ਹੈ 1557 ਦੇ ਵਿੱਚ। ਤੇ ਅਕਬਰ ਨੂੰ ਬਿਲਕੁਲ ਵਧੀਆ ਤਰੀਕੇ ਦੇ ਨਾਲ ਹਰ ਇੱਕ ਸਿਧਾਂਤ ਤੋਂ, ਹਰ ਇੱਕ ਸਿੱਖੀ ਦੇ ਪ੍ਰਿੰਸੀਪਲ ਤੋਂ ਜਾਣੂ ਕਰਵਾ ਕੇ ਆਉਂਦੇ। ਤੇ ਉਸ ਦਿਨ ਅਕਬਰ ਬਾਦਸ਼ਾਹ ਇਹ ਗੱਲ ਕਹਿੰਦਾ ਹੈ ਆਪਣੇ ਦਰਬਾਰ ਦੇ ਵਿੱਚ, ਸਾਰੇ ਕਾਜ਼ੀ ਮੁਲਾਣੇ ਬੈਠੇ ਹੋਏ ਨੇ, ਉਹ ਸਵਾਲ ਕਰਦੇ ਨੇ ਤੇ ਭਾਈ ਜੇਠਾ ਜੀ ਉਹਨਾਂ ਗੱਲਾਂ ਦੇ ਜਵਾਬ ਦਿੰਦੇ ਨੇ, ਉਹ ਗੱਲਾਂ ਸਾਂਝੀਆਂ ਕਰਦੇ ਨੇ। ਅਖੀਰ ਦੇ ਵਿੱਚ ਅਕਬਰ ਬਾਦਸ਼ਾਹ ਖੜਾ ਹੋ ਕੇ ਆਪਣੇ ਸਿੰਘਾਸਨ ਤੋਂ ਇਹ ਗੱਲ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਵਿੱਚ ਸਿੱਖ ਧਰਮ ਦੇ ਬਾਰੇ ਕੋਈ ਵੀ ਗੱਲ ਹੋਏਗੀ ਤੇ ਸਿੱਖ ਧਰਮ ਦੀ ਸਫਾਈ ਦੇਣ ਦੇ ਲਈ ਰਾਜ ਦਰਬਾਰ 'ਚ ਆਉਣ ਦੀ ਜ਼ਰੂਰਤ ਨਹੀਂ ਹੈ। ਰਾਜ ਦਰਬਾਰ ਖੁਦ ਚੱਲ ਕੇ ਸਿੱਖੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਏਗਾ। ਇਸੇ ਗੱਲ ਤੋਂ ਪ੍ਰਭਾਵਿਤ ਹੋ ਕੇ ਅਕਬਰ ਬਾਦਸ਼ਾਹ ਬਾਅਦ ਵਿੱਚ ਗੋਇੰਦਵਾਲ ਸਾਹਿਬ ਆਇਆ ਸੀ। ਕਿੰਨੀ ਮੁਹਾਰਤ ਹੋਏਗੀ ਭਾਈ ਜੇਠੇ ਦੇ ਕੋਲ ਭਲਾ। ਹੁਣ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ, ਉਹਨੇ ਵੇਖਿਓ 7 ਸਾਲ ਦੀ ਉਮਰ ਹੈ ਤੇ ਗੋਇੰਦਵਾਲ ਸਾਹਿਬ ਆ ਗਏ ਨੇ, ਤੇ ਨਾਨੀ ਜਿਹੜੀ ਆ ਉਹ ਘੁੰਗੜੀਆਂ ਤਿਆਰ ਕਰ ਦਿੰਦੀ ਹੈ। ਅੱਜ ਕੋਈ ਬਿਜ਼ਨਸ ਸ਼ੁਰੂ ਕਰਨਾ ਹੋਵੇ ਨਾ, ਕੋਈ ਵੀ ਛੋਟੇ ਤੋਂ ਛੋਟਾ, ਉਹਦੇ ਲਈ ਰਾਸ ਚਾਹੀਦੀ ਹੈ, ਪੂੰਜੀ ਚਾਹੀਦੀ ਹੈ, ਪੈਸਾ ਚਾਹੀਦਾ ਹੈ ਜਾਂ ਬੈਕਗ੍ਰਾਉਂਡ ਚਾਹੀਦਾ ਹੈ। ਅੰਦਾਜ਼ਾ ਲਾ ਕੇ ਵੇਖੋ ਹਾਂ ਕਿ ਜਿਹਦਾ ਬੈਕਗ੍ਰਾਉਂਡ ਵੀ ਕੋਈ ਨਾ ਹੋਵੇ, ਉਹਦੇ ਕੋਲ ਪੂੰਜੀ ਵੀ ਕੋਈ ਨਾ ਹੋਵੇ,
ਤੇ ਵੱਡੇ ਵੱਡੇ ਸਰਮਾਏਦਾਰ ਆ ਜਾ ਕੇ ਉੱਥੇ ਪੈਰੀ ਪੈ ਕੇ ਕਹਿੰਦੇ ਹੋਣ ਕਿ ਮਹਾਰਾਜ ਜੋ ਦਿੱਤਾ ਹੈ ਸਾਰਾ ਤੁਹਾਡਾ ਹੀ ਦਿੱਤਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਨਾਮ ਸੁਣਿਆ ਹੋਣਾ ਅਸੀਂ ਸਾਰਿਆਂ ਨੇ, ਪੜਿਆ ਵੀ ਸ਼ਾਇਦ ਹੋਵੇ ਅਸੀਂ। ਮਹਾਰਾਜਾ ਰਣਜੀਤ ਸਿੰਘ ਜਦੋਂ ਲਾਹੌਰ ਦਾ ਬਾਦਸ਼ਾਹ ਬਣਿਆ ਨਾ, ਤੇ ਸਭ ਤੋਂ ਪਹਿਲਾਂ ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਮੱਥਾ ਟੇਕਣ ਆਇਆ। ਸਭ ਤੋਂ ਪਹਿਲਾਂ ਉਹਨੇ ਕੰਮ ਹੀ ਇਹ ਕੀਤਾ। ਅੱਛਾ, ਉਸੇ ਲਾਹੌਰ ਦੀ ਚੂਨਾ ਮੰਡੀ ਬਾਜ਼ਾਰ ਦੇ ਵਿੱਚ, ਡੱਬੀ ਬਾਜ਼ਾਰ ਦੇ ਵਿੱਚ ਭਾਈ ਜੇਠੇ ਦਾ ਜਨਮ ਹੁੰਦਾ ਹੈ ਤੇ ਲੋਕ ਉਹਨੂੰ ਯਤੀਮ ਕਹਿੰਦੇ ਆ। ਉੱਥੋਂ ਦਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਬਣਦਾ ਹੈ ਤੇ ਰਾਜਾ ਬਣਦਿਆਂ ਸਾਰੀ, ਤਖਤ ਤੇ ਬਹਿੰਦਿਆਂ ਸਾਰੀ, ਸਭ ਤੋਂ ਪਹਿਲਾਂ ਗੁਰੂ ਰਾਮਦਾਸ ਦੇ ਚਰਨਾਂ 'ਚ ਆ ਕੇ ਅਰਦਾਸ ਪਤਾ ਕੀ ਕਰਦਾ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ, ਤੇਰੀ ਕਿਰਪਾ ਦੇ ਸਦਕਾ, ਤੇਰੀ ਮਿਹਰ ਦੇ ਸਦਕਾ ਮੈਨੂੰ ਸਿੰਘਾਸਣ ਨਸੀਬ ਹੋਇਆ। ਕਿੱਡੀ ਵੱਡੀ ਗੱਲ ਹੋਏਗੀ ਭਲਾ। ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਵਿਆਹ ਸੀ ਕੰਵਰ ਨੌ ਨਿਹਾਲ ਸਿੰਘ ਦਾ। ਉਹਨੂੰ ਨਾ ਕਿਸੇ ਨੇ ਬੜਾ ਸੋਹਣਾ ਸਿਹਰਾ ਜਿਹੜਾ ਆ ਉਹ ਬਣਾ ਕੇ ਭੇਟ ਕੀਤਾ। ਉਹਦੇ ਵਿੱਚ ਜਿੱਦਾਂ ਸਿਹਰੇ ਦੇ ਉੱਤੇ ਅੱਜ ਕੱਲ ਤੇ ਨਾਰਮਲ ਬਾਜ਼ਾਰਾਂ ਵਿੱਚ ਮਿਲ ਜਾਂਦੇ ਆ, ਉਹਦੇ ਵਿੱਚ ਸੋਨੇ ਦੇ ਨਾਲ ਉਹ ਤਿੱਲਾ ਲਗਾਇਆ ਗਿਆ, ਮੋਤੀ, ਬੜੇ ਕੀਮਤੀ ਮੋਤੀ ਲਗਾਏ ਗਏ। ਉਸ ਵਕਤ ਦੇ ਲੱਖਾਂ ਰੁਪਏ ਲੱਗ ਕੇ ਜਿਹੜਾ ਹੈ ਉਹ ਸਿਹਰਾ ਤਿਆਰ ਹੋਇਆ। ਤੇ ਜਦੋਂ ਲਿਆ ਕੇ ਕਿਸੇ ਪਿਆਰ ਵਾਲੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਨਾ, ਇਹ ਤੇਰੇ ਪੋਤਰੇ ਦੇ ਵਿਆਹ ਲਈ ਅਸੀਂ ਤਿਆਰ ਕੀਤਾ ਹੈ, ਉਹਨੇ ਵੇਖਿਆ ਕਿ ਏਡਾ ਕੀਮਤੀ, ਤੇ ਉਹ ਕਹਿੰਦਾ ਨਾ, ਕਹਿੰਦਾ ਮੇਰੇ ਪੋਤਰੇ ਦੀ ਇੰਨੀ ਹੈਸੀਅਤ ਨਹੀਂ ਕਿ ਇੰਨਾ ਕੀਮਤੀ ਸਿਹਰਾ ਉਹਦੇ ਸੱਜ ਸਕੇ। ਤੇ ਉਹ ਉੱਥੋਂ ਹੀ ਤਿਆਰ ਹੋਇਆ। ਉਸੇ ਵੇਲੇ ਆਪਣੇ ਨਾਲ ਉਹਨੇ ਫੌਜ ਲਈ ਤੇ ਦਰਬਾਰ ਸਾਹਿਬ ਆ ਕੇ ਨਤਮਸਤਕ ਹੋਇਆ ਤੇ ਉਹ ਕੀਮਤੀ ਸਿਹਰਾ ਜਿਹੜਾ ਸੀ ਇੱਥੇ ਚੜਾ ਕੇ ਗਿਆ। ਹੁਣ ਇਹਦੇ ਵਿੱਚ ਦੂਸਰੀ ਗੱਲ, ਜਿਹੜੇ ਕੰਫਲਿਕਟ ਨੇ, ਮੈਂ ਉਹ ਵੀ ਕਲੀਅਰ ਕਰਾਂ ਕਿ ਮੇਰੇ ਕਹਿਣ ਦਾ ਮਤਲਬ ਸਿਰਫ ਇਹ ਨਹੀਂ ਕਿ ਦਰਬਾਰ ਸਾਹਿਬ ਹੀ ਜਾ ਕੇ ਸੋਨਾ ਚੜਾਈ ਜਾਈਏ ਤੇ ਜਿਹੜੇ ਸਾਡੇ ਲਾਗੇ ਬੰਨੇ ਲੋੜਵੰਦ ਲੋਕ ਨੇ ਤੇ ਉਹ ਵਿਚਾਰੇ ਉਦਾਂ ਹੀ ਤੁਰੇ ਫਿਰਨ। ਅੱਜ ਇਹ ਵੀ ਸਮਝਣ ਦੀ ਲੋੜ ਹੈ, ਮਹਾਰਾਜਾ ਰਣਜੀਤ ਸਿੰਘ ਦੀ ਭਾਵਨਾ ਕੁਛ ਹੋਰ ਸੀ। ਉਹਦੇ ਜੇਨ ਦੇ ਵਿੱਚ ਇਹ ਸੀ ਕਿ ਇੰਨਾ ਕੀਮਤੀ ਸਿਹਰਾ ਮੇਰੇ ਬੱਚੇ ਦੇ ਸਿਰ ਤੇ ਨਹੀਂ ਸੱਜ ਸਕਦਾ, ਇਹ ਇੰਨੀ ਹੈਸੀਅਤ ਨਹੀਂ ਹੈ ਇਹਦੀ। ਈਵਨ ਕਿ ਕੰਵਰ ਨੌ ਨਿਹਾਲ ਸਿੰਘ ਦਾ ਜਦੋਂ ਰਾਜ ਪੜ੍ਹੋਗੇ ਨਾ ਤੁਸੀਂ, ਉਹ ਕਿੰਨਾ ਕਾਬਿਲ ਸੀ, ਕਿੰਨਾ ਲਾਇਕ ਸੀ। ਉਹਦੀ ਜ਼ਿੰਦਗੀ ਦੀ ਇੱਕ ਘਟਨਾ ਮੈਂ ਤੁਹਾਨੂੰ ਦੱਸਦਾ, ਤੁਹਾਨੂੰ ਅੰਦਾਜ਼ਾ ਲੱਗ ਜਾਊਗਾ ਕਿ ਕਿੰਨਾ ਕਾਬਿਲ ਸੀ ਉਹ। ਏਦਾਂ ਬੈਠਿਆਂ ਬਾਜ਼ਾਰ 'ਚ ਗੱਲ ਚੱਲ ਪਈ ਕਿ ਕਹਿੰਦੇ ਕੰਵਰ ਨੌ ਨਿਹਾਲ ਸਿੰਘ ਕਿਵੇਂ ਦਾ ਰਾਜ ਚਲਾ ਰਿਹਾ ਹੈ, ਚੈੱਕ ਕੀਤਾ ਜਾਏ। ਜਦੋਂ ਚੈੱਕ ਕਰਨ ਦੀ ਗੱਲ ਆਈ ਤੇ ਕਹਿੰਦੇ ਚਲੋ ਚੈੱਕ ਕਰਦੇ। ਉਹਨਾਂ ਨੇ ਅਨਾਉਂਸ ਕਰਤਾ ਕਿ ਅੱਜ ਤੋਂ ਬਾਅਦ ਵਿੱਚ ਸੋਨੇ ਦੀ ਦੁਕਾਨ ਕੋਈ ਬੰਦ ਨਹੀਂ ਕਰੇਗਾ, ਸੋਨੇ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਇੱਕ ਕੁੱਤੇ ਨੂੰ ਕਹਿੰਦੇ ਫੜ ਕੇ ਉਹਦੇ ਗਲ ਦੇ ਵਿੱਚ ਇੱਕ ਕੀਮਤੀ ਹਾਰ ਪਾ ਦਿੱਤਾ, ਸੋਨੇ ਦਾ ਕੈਂਠਾ ਪਾ ਦਿੱਤਾ ਤੇ ਉਹਨੂੰ ਬਾਜ਼ਾਰ 'ਚ ਛੱਡ ਦਿੱਤਾ। ਦੂਜੇ ਤੀਜੇ ਦਿਨ ਲਗਾਤਾਰ ਉਹ ਕੁੱਤਾ ਬਾਜ਼ਾਰ ਦੇ ਵਿੱਚ ਤੁਰਿਆ ਫਿਰਦਾ ਰਿਹਾ ਤੇ ਉਹਦੇ ਗਲ ਦੇ ਵਿੱਚ ਉਸੇ ਤਰੀਕੇ ਨਾਲ ਉਹ ਸੋਨੇ ਦਾ ਕੈਂਠਾ ਪਿਆ ਰਿਹਾ। ਸੋਨੇ ਦੀਆਂ ਦੁਕਾਨਾਂ ਖੁੱਲੀਆਂ ਰਹੀਆਂ। ਦਿਨ ਰਾਤ ਕਿਸੇ ਨੇ ਇੱਕ ਸੂਈ ਦੇ ਨੱਕੇ ਜਿੰਨੀ ਚੋਰੀ ਨਹੀਂ ਕੀਤੀ। ਇਹ ਕਾਬਲੀਅਤ ਸੀ ਕੰਵਰ ਨੌ ਨਿਹਾਲ ਸਿੰਘ ਦੀ। ਪਰ ਫਿਰ ਵੀ ਮਹਾਰਾਜਾ ਰਣਜੀਤ ਸਿੰਘ ਕੀ ਸੋਚਦਾ ਹੈ ਕਿ ਅਜੇ ਵੀ ਇਹ ਇੰਨਾ ਕਾਬਿਲ ਨਹੀਂ ਹੈ ਕਿ ਇਹਦੇ ਸਿਰ ਦੇ ਉੱਤੇ ਇਹ ਜਿਹੜਾ ਆ ਕੀਮਤੀ ਸਿਹਰਾ ਸੱਜੇ। ਇਹ ਗੁਰੂ ਰਾਮਦਾਸ ਦੇ ਚਰਨਾਂ 'ਚ ਹੀ ਸੋਹਣਾ ਲੱਗਦਾ ਹੈ। ਉਹਦੇ ਚਰਨ ਹੀ ਇੰਨੇ ਕੀਮਤੀ ਨੇ ਕਿ ਇਹ ਸਿਹਰਾ ਉਹਦੇ ਚਰਨਾਂ 'ਚ ਹੀ ਭੇਟ ਕੀਤਾ ਜਾ ਸਕਦਾ। ਕਿੱਡੀ ਵੱਡੀ ਵਡਿਆਈ ਹੋਏਗੀ ਜੇ ਭੱਟ ਕੀਰਤ ਜੀ ਇਹ ਗੱਲ ਕਹਿ ਰਹੇ ਨੇ ਨਾ ਕਿ ਗੁਰੂ ਰਾਮਦਾਸ ਰੱਖੋ ਸ਼ਰਣਾਈ, ਤੇ ਬੜੀ ਭਾਵਨਾ ਦੇ ਵਿੱਚ ਭਿੱਜ ਕੇ ਕਹਿ ਰਹੇ ਨੇ। ਹੁਣ ਸਫ਼ਰ ਵੇਖਿਓ, ਇੱਕ ਸਟਾਰਟਿੰਗ ਪੁਆਇੰਟ ਹੁੰਦਾ ਹੈ, ਇੱਕ ਫਿਨਿਸ਼ਿੰਗ ਪੁਆਇੰਟ ਹੁੰਦਾ ਹੈ। ਸਟਾਰਟਿੰਗ ਪੁਆਇੰਟ ਕੀ ਹੈ ਕਿ ਮਾਤਾ ਪਿਤਾ ਦਾ ਸਾਇਆ ਨਹੀਂ ਹੈ ਤੇ ਨਾਨੀ ਘੁੰਗੜੀਆਂ ਵੇਚਣ ਤੇ ਲਾਇਆ ਹੋਇਆ। ਹੁਣ ਜਦੋਂ ਅੱਜ ਕੋਈ ਬਿਜ਼ਨਸ ਸ਼ੁਰੂ ਕਰਨਾ ਹੋਵੇ ਤੇ ਰਾਸ ਚਾਹੀਦੀ ਹੈ, ਤੇ ਨਾਨੀ ਕੋਈ ਇੰਨੀ ਸਰਮਾਏਦਾਰ ਨਹੀਂ ਸੀ ਕਿ ਉਹਨੂੰ ਕੋਈ ਵੱਡਾ ਕੰਮ ਖੋਲ ਕੇ ਦੇ ਦਿੰਦੀ। ਉਹਨੇ ਸੌਖਾ ਕੰਮ ਵੇਖਿਆ ਜਿਹਦੇ ਵਿੱਚ ਕੋਈ ਬਹੁਤੀ ਪੂੰਜੀ ਨਹੀਂ, ਪਰ ਉਹਦੇ ਨਾਲ ਨਾਲ ਉਹ ਕਿਰਤ ਕਰਨੀ ਸਿੱਖ ਗਏ ਭਾਈ ਜੇਠਾ। ਜਿਹੜਾ ਬੰਦਾ ਕਿਰਤ ਕਰਦਾ ਹੈ ਨਾ, ਗੁਰੂ ਨਾਨਕ ਸਾਹਿਬ ਨੇ ਕਿਤੇ ਐਵੇਂ ਥੋੜਾ ਕਹਿਤਾ ਹੈ ਕਿ ਕਿਰਤ ਕਰਨੀ ਚਾਹੀਦੀ ਹੈ। ਜਿਹੜਾ ਬੰਦਾ ਮਿਹਨਤ ਕਰਦਾ ਹੈ ਨਾ, ਜਿਹੜਾ ਮਿਹਨਤ ਨਾਲ 10 ਰੁਪਏ ਕਮਾ ਕੇ ਲਿਆਉਂਦਾ, ਉਹਨੂੰ ਪਤਾ ਹੈ ਕਿ 10 ਰੁਪਏ ਮੈਂ ਐਵੇਂ ਖਰਚਣੇ ਨਹੀਂ ਆ।
ਅੱਜ ਕੱਲ੍ਹ ਸਾਡੇ ਵਰਗੇ ਜਿਹੜੇ ਨੇ ਜਾਂ ਸਾਡੀ ਜਨਰੇਸ਼ਨ ਹੈ ਜਾਂ ਸਾਡੇ ਤੋਂ ਪਿਛਲੀ ਜਨਰੇਸ਼ਨ ਜਿਹੜੀ ਆ ਰਹੀ ਹੈ ਜਨਰੇਸ਼ਨ, ਜਿਹੜੇ ਮੰਨ ਲਓ ਟੀਨੇਜਰਸ ਨੇ ਇਸ ਵਕਤ 17-18 ਸਾਲਾਂ ਦੇ ਨੇ, ਉਹ ਅੱਜ 100 ਰੁਪਇਆ ਖਰਚਣ ਲੱਗੇ ਮਿੰਟ ਲਾਉਂਦੇ ਆ। ਇਦਾਂ ਹੀ ਹੈ ਨਾ, ਉਹਨਾਂ ਨੂੰ ਪਾਕਟ ਮਨੀ ਸਕੂਲ ਜਾਣ ਲੱਗਿਆ 100 ਰੁਪਇਆ ਚਾਹੀਦਾ ਹੀ ਹੈ ਦੂਜੇ। ਅੱਛਾ, ਜਿਹੜੇ ਬਜ਼ੁਰਗ ਨੇ ਭਲਾ ਉਹਨਾਂ ਨੇ 100 ਖਰਚਣਾ ਹੋਵੇ ਤੇ 10 ਵਾਰੀ ਸੋਚਦੇ ਕਿ ਚੱਲ ਬਾਜੀ ਜਾਵੇ ਤੇ ਚੰਗਾ, ਨਾ ਹੀ ਖਰਚਣੇ ਪੈਣ ਤੇ ਹੈਗਾ ਨਾ ਫਰਕ ਹੈ ਨਾ ਕਿਤੇ ਨਾ ਕਿਤੇ। ਹੁਣ ਇਹ ਕੀ ਹੈ? ਕਿਉਂਕਿ ਬਜ਼ੁਰਗਾਂ ਨੇ ਆਪ ਮਿਹਨਤ ਕਰਕੇ ਕਮਾਇਆ ਹੈ, ਉਹਨਾਂ ਨੂੰ ਪਤਾ ਹੈ ਕਿ ਕਮਾਇਆ ਬੜਾ ਔਖਾ ਹੈ, ਇਸ ਕਰਕੇ ਸੰਭਾਲ ਕੇ ਰੱਖਣਾ ਹੈ, ਲੋੜ ਵੇਲੇ ਕੰਮ ਆਵੇਗਾ। ਤੇ ਜਿਨ੍ਹਾਂ ਨੇ ਕਮਾਇਆ ਹੀ ਨਹੀਂ ਹੈ, ਨਿੱਕੀ ਜਿਹੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਕੋਈ ਬੱਚਾ ਸੀ, ਨੌਜਵਾਨ ਸੀ, ਉਹਨੇ ਨਾ ਬੜੀ ਜਿੱਦ ਕਰਨੀ ਆਪਣੇ ਪਰਿਵਾਰ ਨਾਲ ਕਿ ਮੈਨੂੰ ਆਹ ਲੈ ਕੇ ਦਿਓ, ਮੈਨੂੰ ਆਹ ਲੈ ਕੇ ਦਿਓ। ਉਹਦਾ ਪਿਤਾ ਨਾਰਾਜ਼ ਹੋ ਗਿਆ, ਕਹਿੰਦਾ ਮੈਂ ਤੈਨੂੰ ਕੁਛ ਨਹੀਂ ਦੇਣਾ ਅੱਜ ਤੋਂ ਬਾਅਦ। ਤੇ ਕਹਿੰਦਾ ਹਾਂ ਮੈਂ ਤੈਨੂੰ ਦਊਂਗਾ ਜ਼ਰੂਰ, ਜਿੱਦਣ ਤੂੰ ਮੈਨੂੰ 5 ਰੁਪਏ ਕਮਾ ਕੇ ਲਿਆ ਕੇ ਦੇਂਗਾ। ਉਸ ਵਕਤ 5 ਰੁਪਏ ਦੀ ਵੀ ਬੜੀ ਕੀਮਤ ਹੁੰਦੀ ਸੀ। ਕਹਿੰਦਾ ਮੈਂ ਤੈਨੂੰ ਦੇਊਂਗਾ ਪੈਸੇ, ਮੈਂ ਆਪਣਾ ਰਾਜ ਭਾਗ ਸਭ ਕੁਝ ਤੈਨੂੰ ਦਊਂਗਾ, ਪਰ ਇਸ ਤੋਂ ਪਹਿਲਾਂ ਤੂੰ ਮੈਨੂੰ 5 ਰੁਪਏ ਕਮਾ ਕੇ ਲਿਆ ਕੇ ਦੇ। ਉਹ ਕਹਿੰਦਾ ਠੀਕ ਹੈ, ਚਲੇ ਗਿਆ। ਸਵੇਰ ਤੋਂ ਸ਼ਾਮਾਂ ਤੱਕ ਲੱਭਦਾ ਰਿਹਾ, ਕੰਮ ਮਿਲਿਆ ਕੋਈ ਨਾ। ਘਰੇ ਆ ਗਿਆ। ਹੁਣ ਜਿੱਦਾਂ ਮਾਵਾਂ ਵਿਚਾਰੀਆਂ ਕੋਮਲ ਦਿਲ ਹੁੰਦੀਆਂ, ਕਹਿੰਦੇ ਕੋਈ ਗੱਲ ਨਹੀਂ, ਚੱਲ ਪੁੱਤ, ਨਹੀਂ ਨਾ ਤੈਨੂੰ ਕੰਮ ਮਿਲਿਆ, ਨਹੀਂ ਕਮਾਏ ਗਏ, ਆ ਮੈਂ ਦਿੰਨੀ 5 ਰੁਪਏ ਤੇ ਆ ਤੂੰ ਦੇ ਦੀ ਆਪਣੇ ਪਿਓ ਨੂੰ ਤੇ ਕਹਿੰਦੀ ਮੈਂ ਕਮਾ ਲਿਆ। ਹੁੰਦਾ ਮਾਵਾਂ ਕਰ ਜਾਂਦੀਆਂ ਕਿਤੇ ਨਾ ਕਿਤੇ ਸੈਕਰੀਫਾਈਸ ਆਪਣੇ ਬੱਚਿਆਂ ਨੂੰ। ਤੇ ਉਹਨੇ 5 ਰੁਪਏ ਦਿੱਤੇ ਤੇ ਅੱਗੇ ਬਾਪੂ, ਤੇ ਫਿਰ ਬਾਪੂ ਹੀ ਹੈ ਨਾ, ਐਵੇਂ ਥੋੜਾ ਬਾਪੂ ਕਹਿੰਦੇ ਉਹਨੂੰ। ਕਹਿੰਦੇ ਜਾ ਪੁੱਤ, ਪਾੜ ਕੇ ਨਾ ਖੂਹ 'ਚ ਸੁੱਟਿਆ। ਉਹਨੇ ਮਿੰਟ ਲਾਇਆ, ਪਾੜ ਕੇ ਤੇ ਖੂਹ 'ਚ ਸੁੱਟ ਦੇ। ਕਹਿੰਦਾ ਜਾ ਪੁੱਤ, ਅੱਜ ਤੈਨੂੰ ਛੱਡਿਆ, ਕੱਲ ਨੂੰ ਫਿਰ 5 ਰੁਪਏ ਲਿਆ ਕੇ ਦੇਂਗਾ ਤੇ ਫਿਰ ਤੈਨੂੰ ਵੱਧ ਮਿਲਣਗੇ। ਅਗਲੇ ਦਿਨ ਫਿਰ ਚਲਾ ਗਿਆ। ਲਗਾਤਾਰ 2-3 ਦਿਨ ਸਿਲਸਿਲਾ ਏਦਾਂ ਹੀ ਚੱਲਦਾ ਰਿਹਾ। ਚੌਥੇ 5ਵੇਂ ਦਿਨ ਮਾਂ ਵੀ ਅੱਕ ਗਈ ਕਿ ਪੁੱਤ ਰੋਜ਼ 5 ਰੁਪਏ ਪੜਵਾ ਕੇ ਸੁੱਟ ਦਿੰਦਾ, ਸੌਖੇ ਬਣਦੇ ਕਿਤੇ, ਜਾ ਕਿਤੇ ਕੰਮ ਕੁਮ ਕਰਕੇ ਲਿਆ, ਮੈਂ ਨਹੀਂ ਦੇਣੇ ਤੈਨੂੰ ਅੱਜ। ਚਲੇ ਗਿਆ ਵਿਚਾਰਾ। ਉਹ ਬਾਹਰ ਕਿਸੇ ਕਿਤਾ ਮਕਾਨ ਬਣ ਰਿਹਾ ਸੀ, ਕੋਈ ਕੰਮ ਹੋ ਰਿਹਾ ਸੀ, ਟੋਕਰੀਆਂ ਢੋਣ ਲੱਗ ਪਿਆ। ਮਿੱਟੀ ਢੋਂਦਾ ਰਿਹਾ, ਰੇਤਾ ਢੋਂਦਾ ਰਿਹਾ, ਬਜਰੀ ਢੋਂਦਾ ਰਿਹਾ, ਇੱਟਾਂ ਚੁੱਕ ਚੁੱਕ ਕੇ ਫੜਾਉਂਦਾ ਰਿਹਾ। ਸ਼ਾਮਾਂ ਨੂੰ ਛਾਲੇ ਪਏ, ਬੁਰਾ ਹਾਲ ਪਸੀਨੇ ਦੇ ਨਾਲ। 5 ਰੁਪਏ ਲਿਆ ਕੇ ਬਾਪੂ ਨੂੰ ਕਹਿੰਦਾ ਆ ਲੈ ਬਾਪੂ 5 ਰੁਪਏ। ਕਹਿੰਦਾ ਜਾ ਪੁੱਤ, ਪਾੜ ਕੇ ਖੂਹ 'ਚ ਸੁੱਟਿਆ। ਕਹਿੰਦਾ ਬਾਪੂ ਸ਼ਦਾਈ ਹੋ ਗਿਆ, ਪਤਾ ਕਿੰਨੇ ਔਖੇ ਬਣੇ ਆ, ਬੜੇ ਔਖੇ ਬਣਾਈ ਮੈਂ, ਆ ਵੇਖ ਮੇਰੇ ਹੱਥਾਂ ਤੇ ਛਾਲੇ ਪੈ ਗਏ। ਪੁੱਤ ਦੇ ਪਿਓ ਨੇ ਛਾਤੀ ਨਾਲ ਲਾਇਆ, ਕਹਿੰਦਾ ਪੁੱਤ ਆਹੀ ਗੱਲ ਸਮਝਾਉਣੀ ਸੀ ਤੈਨੂੰ, ਆਹੀ ਸਿੱਖਿਆ ਦੇਣੀ ਸੀ ਤੈਨੂੰ, ਬਸ ਤੈਨੂੰ ਸਮਝ ਆ ਗਈ, ਪੈਸੇ ਦੀ ਕਦਰ ਹੋ ਗਈ ਤੈਨੂੰ। ਤੇ ਜੇ ਮੈਂ ਤੈਨੂੰ ਦਿੰਦਾ ਰਹਿੰਦਾ ਤੇ ਤੈਨੂੰ ਕਦੀ ਪੈਸੇ ਦੀ ਕਦਰ ਨਹੀਂ ਸੀ। ਜਿਹੜਾ ਕਿਰਤ ਕਰਨ ਲੱਗ ਪੈਂਦਾ ਨਾ, ਉਹਨੂੰ ਹਰ ਇੱਕ ਚੀਜ਼ ਦੀ ਕਦਰ ਹੋ ਜਾਂਦੀ ਹੈ। ਉਹ ਆਪਣੇ ਨਾਲ ਤੁਰੇ ਜਾ ਰਹੇ ਬੰਦੇ ਦੀ ਵੀ ਕਦਰ ਕਰੂਗਾ। ਜਿਹੜੇ ਬੰਦੇ ਨੂੰ ਵਿਰਾਸਤ 'ਚ ਮਿਲ ਜਾਂਦੀਆਂ ਨਾ ਚੀਜ਼ਾਂ, ਉਹ ਕਦੀ ਆਪਣੇ ਤੋਂ ਨੀਵੇਂ ਦੀ ਕਦਰ ਨਹੀਂ ਕਰਦਾ। ਤੇ ਜਿਹਨੇ ਆਪ ਮਿਹਨਤ ਕਰਕੇ ਕਮਾਇਆ ਹੋਵੇ ਨਾ, ਉਹ ਹਰ ਇੱਕ ਦੀ ਕਦਰ ਕਰਦਾ ਜੀ। ਬਾਬੇ ਨਾਨਕ ਨੂੰ ਜਦੋਂ ਵੇਖਦੇ ਨਾ ਅਸੀਂ, ਤੇ ਬਾਬਾ ਨਾਨਕ ਭਾਈ ਲਾਲੋ ਵੱਲ ਐਵੇਂ ਥੋੜਾ ਜਾ ਕੇ ਬਹਿ ਜਾਂਦਾ ਹੈ। ਆਪ ਹਲ ਵਾਹ ਕੇ ਆਪ ਕਿਰਤ ਕਰਦਾ ਰਿਹਾ ਹੈ, ਆਪ ਮਿਹਨਤ ਕੀਤੀ ਹੈ। ਜਦੋਂ ਭਾਈ ਜੇਠਾ ਜੀ ਦਾ ਜੀਵਨ ਪੜ੍ਹਦੇ ਆ ਨਾ, ਉਹ ਭਾਈ ਸੁਮਨ ਵਰਗੇ ਤੇ ਵੀ ਦਿਆਲ ਹੋ ਜਾਂਦਾ ਹੈ। ਉਹ ਹਰੇਕ ਦੇ ਉੱਤੇ ਦਿਆਲ ਹੋ ਜਾਂਦਾ ਹੈ। ਤੇ ਉਹ ਜਦੋਂ ਸ਼ਹਿਰ ਵਸਾਉਂਦਾ ਹੈ ਨਾ, ਭਾਈ ਜੇਠਾ ਗੁਰੂ ਰਾਮਦਾਸ ਪਾਤਸ਼ਾਹ ਬਣਨ ਤੋਂ ਪਹਿਲਾਂ ਸ਼ਹਿਰ ਦੀ ਉਸਾਰੀ ਕਰਦੇ ਨੇ। ਤੇ ਸਭ ਤੋਂ ਪਹਿਲਾਂ 52 ਕਿੱਤਿਆਂ ਦੇ ਲੋਕ ਲਿਆ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਵਸਾਉਂਦੇ ਨੇ। 1577 ਦੇ ਵਿੱਚ ਇਹ ਸ਼ਹਿਰ ਵਸਾਉਣਾ ਸ਼ੁਰੂ ਕੀਤਾ ਸੀ। ਗੋਇੰਦਵਾਲ ਨਗਰ ਉਸ ਵਕਤ ਮੁੱਖ ਹੋਇਆ ਕਰਦਾ ਸੀ। ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਇਹ ਵਿਉਂਤ ਸੀ ਕਿ ਇੱਕ ਹੋਰ ਸਿੱਖੀ ਦਾ ਕੇਂਦਰ ਸਥਾਪਿਤ ਕੀਤਾ ਜਾਏ। ਤੇ ਭਾਈ ਜੇਠੇ ਦੀ ਡਿਊਟੀ ਲਗਾਈ ਸੀ ਕਿ ਤੁਸੀਂ ਉੱਥੇ ਜਾ ਕੇ ਆਹ ਕੰਮ ਕਾਰਜ ਕਰੋ। ਇੱਕ ਬਰੀਕੀ ਨੂੰ ਹੋਰ ਸਮਝਿਓ, ਜੇ ਸਮਝ ਆਏ। ਮੈਨੂੰ ਨਹੀਂ ਪਤਾ ਤੁਸੀਂ ਕਿੱਦਾਂ ਦਾ ਇਤਿਹਾਸ ਸੁਣਿਆ ਭਾਈ ਜੇਠੇ ਬਾਰੇ। ਅਸੀਂ ਭਾਈ ਜੇਠੇ ਦੇ ਬਾਰੇ ਅਜੇ ਤੱਕ ਇਹ ਸੁਣਿਆ ਕਿ ਗੁਰੂ ਸਾਹਿਬ ਕਹਿੰਦੇ ਥੜਾ ਬਣਾਓ, ਤੇ ਥੜੇ ਕਰਕੇ ਗੁਰਗੱਦੀ ਮਿਲ ਗਈ। ਤੇ ਥੜਾ ਬਣ ਗਿਆ ਤੇ
ਦੂਜਾ ਭਾਈ ਢਾਈ ਜਾਵੇ ਤੇ ਇਹ ਢਾ ਕੇ ਬਣਾਈ ਜਾਣ ਭਾਈ ਜੇਠਾ ਜੀ। ਭਾਈ ਰਾਮਾ ਜੀ ਕਹਿਣ ਮੇਰੇ ਤੋਂ ਨਹੀਂ ਬਣਦਾ ਬੁਣਦਾ, ਤੇ ਭਾਈ ਜੇਠਾ ਜੀ ਫਿਰ ਢਾ ਦੇਣ, ਫਿਰ ਬਣਾ ਦੇਣ, ਖੜੇ ਕਰਕੇ ਨਾ। ਉਹ ਤੋਂ ਪਹਿਲਾਂ ਭਾਈ ਜੇਠੇ ਨੇ ਗੁਰੂ ਕਾ ਚੱਕ ਰਾਮਦਾਸਪੁਰ, ਜਿਸ ਦਾ ਸ਼ਹਿਰ ਦਾ ਨਾਮ ਪਹਿਲਾਂ ਗੁਰੂ ਕਾ ਚੱਕ ਸੀ, ਬਾਅਦ ਵਿੱਚ ਗੁਰੂ ਰਾਮਦਾਸ ਦੇ ਵਸਾਉਣ ਕਰਕੇ ਉਹ ਸ਼ਹਿਰ ਦਾ ਨਾਮ ਰਾਮਦਾਸਪੁਰ ਪਿਆ। 1604 ਦੇ ਵਿੱਚ ਅੰਮ੍ਰਿਤਮਈ ਬਾਣੀ ਦਾ ਪ੍ਰਕਾਸ਼ ਉੱਥੇ ਹੋਣ ਕਰਕੇ ਉਹ ਸ਼ਹਿਰ ਦਾ ਨਾਮ ਅੰਮ੍ਰਿਤਸਰ ਪੈ ਗਿਆ। ਗੁਰਿਆਈ ਮਿਲਦੀ ਹੈ ਬਾਅਦ ਵਿੱਚ, ਤੇ 1577 ਦੇ ਵਿੱਚ ਇੱਕ ਸ਼ਹਿਰ ਵਸਾਉਣਾ ਹੈ, ਇੱਕ ਨਗਰ ਵਸਾਉਣਾ ਹੈ, ਤੇ ਉਸ ਨਗਰ ਨੂੰ ਵਸਾਉਣ ਦੀ ਡਿਊਟੀ ਕਿਹਦੀ ਲੱਗਦੀ ਹੈ? ਭਾਈ ਜੇਠੇ ਦੀ। ਅਸੀਂ ਐਵੇਂ ਕਹਿ ਦਿੰਦੇ ਕਈ ਵਾਰ ਕਿ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਕਿ ਬੀਬੀ ਭਾਨੀ ਦਾ ਆਨੰਦ ਕਾਰਜ ਕਰਨਾ ਹੈ, ਤੇ ਇਹਦੇ ਵਰਗਾ ਵਾਰ ਹੋਣਾ ਚਾਹੀਦਾ ਹੈ, ਤੇ ਗੁਰੂ ਸਾਹਿਬ ਕਹਿੰਦੇ ਇਹਦੇ ਵਰਗਾ ਤੇ ਫਿਰ ਇਹੀ ਹੈ। ਬਸ ਇੰਨੀ ਕੁ ਗੱਲ ਸੀ। ਨਹੀਂ, ਇੱਥੇ ਵੀ ਮੈਂ ਬਾਅਦ ਚ ਡਿਸਕਸ਼ਨ ਕਰਦਾ ਕਿ ਇਹ ਵੀ ਇੱਕ ਭਾਵਨਾ ਕੀ ਸੀ ਉਸ ਵਕਤ। ਅੰਮ੍ਰਿਤਸਰ ਸ਼ਹਿਰ ਜਦੋਂ ਵਸਾਇਆ ਗਿਆ ਨਾ, ਤੇ ਸਭ ਤੋਂ ਪਹਿਲਾਂ ਇੱਕ ਸ਼ਹਿਰ ਦੀ ਉਸਾਰੀ ਦੇ ਲਈ, ਅੱਜ ਪੰਜਾਬ ਸਰਕਾਰ ਦੇ ਵਿੱਚ ਬਜਟ ਕੋਈ ਪਾਸ ਕਰ ਦਿੰਦਾ ਹੈ, ਵਿਰੋਧੀ ਤੇ ਵਿਰੋਧੀ ਬਜਟ ਦੇ ਉੱਤੇ ਬਾਅਦ ਚ ਵਿਰੋਧ ਚੱਲਦਾ ਹੈ, ਬੜਾ ਕੁਛ ਲੱਤਾਂ ਖਿੱਚੀਆਂ ਚੱਲਦੀਆਂ ਨੇ ਅੱਜ ਕੱਲ੍ਹ। ਤੇ ਹਰੇਕ ਸਿਆਣੇ ਮਨੁੱਖ ਦਾ ਮੰਨਣਾ ਹੈ ਕਿ ਜਿੰਨੀ ਦੇਰ ਤੱਕ ਇੰਡਸਟਰੀ ਨਹੀਂ ਲੱਗਦੀ ਉਨੀ ਦੇਰ ਤੱਕ ਕੋਈ ਵੀ ਸੂਬਾ ਤਰੱਕੀ ਨਹੀਂ ਕਰ ਸਕਦਾ। ਜਿਸ ਰਾਜ ਦੇ ਵਿੱਚ ਚਾਈਨਾ ਦਾ ਸਮਾਨ ਸਭ ਤੋਂ ਸਸਤਾ ਕਿਉਂ ਹੈ ਭਲਾ? ਕਿਉਂਕਿ ਉੱਥੇ ਘਰ ਘਰ ਫੈਕਟਰੀ ਹੈ, ਹਰ ਘਰ ਦੇ ਵਿੱਚ ਮਕੈਨਿਕ ਹੈ। ਜੇ ਤੁਸੀਂ ਦਿਨ ਦੇ ਵਿੱਚ 15 ਚੀਜ਼ਾਂ ਵਰਤਦੇ ਹੋ ਨਾ, ਉਹਦੇ ਵਿੱਚੋਂ 13 ਚੀਜ਼ਾਂ ਜਿਹੜੀਆਂ ਉਹਦੇ ਉੱਤੇ ਮੇਡ ਇਨ ਚਾਈਨਾ ਲਿਖਿਆ ਹੋਇਆ। ਐਪਲ ਬ੍ਰਾਂਡ ਸਭ ਤੋਂ ਮਹਿੰਗਾ ਬ੍ਰਾਂਡ ਹੈ। ਐਪਲ ਦੇ ਫੋਨ ਦੇ ਉੱਤੇ ਵੀ ਪੜ੍ਹ ਕੇ ਵੇਖਿਓ, ਇਹਦੀ ਵੀ ਜਿਹੜੀ ਇੰਪੋਰਟ ਜਿਹੜੀ ਹੈ ਇਹਦੀ ਬਾਡੀ ਕਰਦੀ ਹੈ, ਉਹ ਵੀ ਚਾਈਨਾ ਕਰ ਰਹੀ ਹੈਗੀ। ਗੁਰੂ ਸਾਹਿਬ ਦਾ ਇਹ ਮੰਨਣਾ ਸੀ ਕਿ ਜਿਹੜਾ ਨਗਰ ਵਸਾਇਆ ਜਾਣਾ ਹੈ, ਜੇ ਇੱਥੋਂ ਦੇ ਕਿੱਤੇ ਵਸਾਏ ਜਾਣਗੇ ਨਾ, ਇੱਥੇ ਲੋਕਾਂ ਨੂੰ ਵੱਖੋ ਵੱਖਰੇ ਕਾਰੋਬਾਰ ਖੋਲ ਕੇ ਦਿੱਤੇ ਜਾਣਗੇ, ਤੇ ਇਹ ਇੱਕ ਦਿਨ ਸ਼ਹਿਰ ਬਹੁਤ ਤਰੱਕੀ ਕਰੇਗਾ। ਤੇ 52 ਕਿੱਤਿਆਂ ਨਾਲ ਸੰਬੰਧਿਤ, ਭਾਵ 52 ਵੱਖੋ ਵੱਖਰੇ ਕੰਮ ਕਰਨ ਵਾਲੇ ਕਾਰੀਗਰ ਲਿਆ ਕੇ ਗੁਰੂ ਸਾਹਿਬ ਨੇ ਉੱਥੇ ਸਥਾਪਿਤ ਕੀਤੇ। ਭਾਵ ਕਿ ਗੁਰੂ ਸਾਹਿਬ ਨੇ 52 ਤਰੀਕਿਆਂ ਦੀਆਂ ਫੈਕਟਰੀਆਂ ਉੱਥੇ ਲਵਾਈਆਂ। ਪਹਿਲਾਂ ਜਿਹੜੇ ਜਿਹੜੇ ਕਾਰੀਗਰ ਸਨ, ਜਿਹੜਾ ਜਿਹੜਾ ਕੰਮ ਜਾਣਦੇ ਸਨ, ਉਹ ਤੋਂ ਦੋ ਬੈਨੀਫਿਟ ਹੁੰਦੇ ਨੇ। ਜਦੋਂ ਉਹ ਖੋਲਿਆ ਜਾਂਦਾ ਹੈ ਨਾ ਕੋਈ ਕਾਰੋਬਾਰ, ਮੰਨ ਲਓ ਤੁਹਾਡੇ ਇਲਾਕੇ 'ਚ ਕੋਈ ਫੈਕਟਰੀ ਖੁੱਲ ਜਾਏ, ਇਹਦੇ ਨਾਲ ਕੀ ਹੋਏਗਾ? ਸਭ ਤੋਂ ਪਹਿਲਾਂ ਤੇ ਕੰਮ ਇਹ ਹੋਏਗਾ ਕਿ ਇੰਪਲੋਈ ਜਿਹੜੇ ਹੈ, ਇੰਪਲੋਇਮੈਂਟ ਵਧੇਗੀ, ਉਹਦੇ ਉੱਤੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਬੇਰੁਜ਼ਗਾਰੀ ਘਟੇਗੀ। ਉਸ ਤੋਂ ਬਾਅਦ ਵਿੱਚ ਉਹਦਾ ਇਕਨੋਮਿਕ ਪੱਧਰ ਜਿਹੜਾ ਆ ਉਹ ਉੱਚਾ ਹੋਏਗਾ, ਪੈਸੇ ਦਾ ਲੈਣ ਦੇਣ ਵਧੇਗਾ, ਲੋਕਾਂ ਦੀ ਆਵਾਜਾਈ ਵਧੇਗੀ। ਇਹਦੇ ਨਾਲ ਤੁਹਾਡੀ ਉਹ ਸ਼ਹਿਰ ਦੀ ਜਿਹੜੀ ਮਸ਼ਹੂਰੀ ਹੋਏਗੀ। ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਜਿਹੜਾ ਕੰਮ ਕੀਤਾ ਉਹ ਇਹ ਕੀਤਾ ਸੀ ਕਿ ਕਿਸੇ ਵੀ ਸ਼ਹਿਰ ਨੂੰ ਚਲਾਉਂਦਾ ਰੱਖਣ ਦੇ ਲਈ ਉਹਦਾ ਇਕਨੋਮਿਕ ਸਿਸਟਮ ਹੋਣਾ ਬਹੁਤ ਜ਼ਰੂਰੀ ਹੈ, ਤੇ ਉਹ ਕੀਤਾ ਸੀ ਭਾਈ ਜੇਠਾ ਜੀ। ਹੁਣ ਘੁੰਗੜੀਆਂ ਤੋਂ ਸ਼ੁਰੂ ਹੋਏ, ਕਿਰਤ ਤੋਂ ਸ਼ੁਰੂ ਹੋਏ, ਤੇ ਇੰਨੇ ਕੁ ਮੁਕੰਮਲ ਹੋ ਗਏ ਜਿਹਦੇ ਬਾਬਤ ਮੈਂ ਸ਼ੁਰੂ 'ਚ ਕਹਿ ਕੇ ਗਿਆ ਸੀ, ਗੁਰਪ੍ਰਸਾਦ ਪੜਿਓ ਸਾਰੇ, ਗੁਰਪ੍ਰਸਾਦ ਪਰਮ ਪਦ ਪਾਇਆ। ਗੁਰੂ ਦੀ ਕਿਰਪਾ ਦੇ ਨਾਲ, ਗੁਰਪ੍ਰਸਾਦ ਦਾ ਮਤਲਬ ਹੈ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਮਿਹਰ ਦੇ ਨਾਲ। ਤੇ ਗੁਰੂ ਨੇ ਮਿਹਰ ਐ ਨਹੀਂ ਕਰ ਦੇਣੀ ਕਿ ਅੱਖਾਂ ਜੋੜ ਕੇ ਬਹਿ ਗਏ ਤੇ ਗੁਰੂ ਮਿਹਰ ਕਰੂਗਾ ਤੇ ਆ ਹੋਣਾ, ਨਾ ਨਾ ਨਾ। ਜਿਵੇਂ ਉਹ ਕਹਿੰਦੇ ਨਾ ਕਿ ਜੇ ਕਿਸਮਤ 'ਚ ਲਿਖਿਆ ਹੋਇਆ ਤੇ ਇਦਾਂ ਹੋ ਜਾਏਗਾ, ਤੇ ਮੈਂ ਕਹਿੰਦਾ ਹੁੰਦਾ ਕਿ ਕਿਸਮਤ 'ਚ ਸ਼ਾਇਦ ਲਿਖਿਆ ਹੀ ਇਹ ਹੋਵੇ ਕਿ ਇਦਾਂ ਕਰੇਗਾ ਤੇ ਆ ਹੋਣਾ ਹੀ, ਸ਼ਾਇਦ ਕਿਸਮਤ 'ਚ ਇਹ ਲਿਖਿਆ ਹੋਵੇ। ਤੇ ਜਿਹੜੇ ਕਰਦੇ ਨੇ, ਬਾਬਾ ਨਜ਼ਮੀ ਹੋਏ ਨੇ ਲਾਹੌਰ ਤੋਂ, ਪੰਜਾਬੀ ਦੇ ਕਵੀ ਨੇ, ਬਹੁਤ ਸੋਹਣਾ ਲਿਖਦੇ ਨੇ ਪੰਜਾਬੀਅਤ ਦੇ ਬਾਰੇ, ਸਮਾਜ ਦੇ ਬਾਰੇ, ਭ੍ਰਿਸ਼ਟਾਚਾਰ ਦੇ ਬਾਰੇ ਬਹੁਤ ਸੋਹਣੀਆਂ ਕਵਿਤਾਵਾਂ ਲਿਖਦੇ ਨੇ ਬਾਬਾ ਨਜ਼ਮੀ। ਤੇ ਉਹ ਲਿਖਦੇ ਨੇ, ਕਹਿੰਦੇ ਬੇਹਿੰਮਤੇ ਨੇ ਬਹਿ ਕੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਉਹਨਾਂ ਚੋਂ ਹੈ ਭਾਈ ਜੇਠਾ ਜੀ। ਕਿੱਤਾ ਮੁਖੀ, ਕਿਸੇ ਵੀ ਸ਼ਹਿਰ ਨੂੰ ਕਿੱਤਾ ਮੁਖੀ ਬਣਾ ਲਓ ਤੇ ਉਹ ਸ਼ਹਿਰ ਆਪਣੇ ਆਪ ਜਿਹੜਾ ਆ ਤਰੱਕੀ ਦੇ ਰਾਹ ਤੇ ਚਲਾ ਜਾਂਦਾ। ਆਪ ਕਿਰਤ ਨਾਲ ਜੁੜੇ ਸਨ,
ਜਦੋਂ ਆਪ ਉਸ ਮੁਕਾਮ ਤੇ ਪਹੁੰਚੇ ਤੇ ਸਭ ਤੋਂ ਪਹਿਲਾਂ ਲੋਕਾਂ ਨੂੰ ਕਿੱਤਾ ਦਿੱਤਾ ਕਿ ਆਓ ਮੈਂ ਤੁਹਾਨੂੰ ਕਿੱਤਾ ਦਿੰਦਾ, ਆਓ ਤੁਹਾਨੂੰ ਮੈਂ ਕੰਮ ਦਿੰਦਾ। ਉਹ ਹੈ ਭਾਈ ਜੇਠਾ। ਜ਼ਿੰਦਗੀ ਦਾ ਸਫ਼ਰ ਜ਼ਰੂਰ ਵੇਂਦੇ ਜਾਇਓ। ਲਾਹੌਰ ਚੂਨਾ ਮੰਡੀ ਤੋਂ ਤੁਰਦੇ ਆ, ਕੁਛ ਨਹੀਂ ਹੈ, ਤੁਰਦਿਆਂ ਤੁਰਦਿਆਂ ਗੁਰੂ ਦੀ ਕਿਰਪਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਮਿਹਨਤ ਕਰਦੇ ਨੇ, ਲਗਾਤਾਰ ਮਿਹਨਤ ਕਰਦੇ ਨੇ ਤੇ ਇੱਕ ਦਿਨ ਉਹ ਸ਼ਹਿਰ ਵਸਾਉਣ ਵਾਲੇ ਬਣ ਜਾਂਦੇ ਨੇ। ਸ਼ਹਿਰ ਵਸਾਉਂਦੇ ਨੇ ਤੇ ਆਪ ਲੋਕਾਂ ਨੂੰ ਕਿੱਤਾ ਦਿੰਦੇ ਨੇ, ਕੰਮ ਦਿੰਦੇ ਨੇ ਕਿ ਆਓ ਮੇਰੇ ਕੋਲ ਕੰਮ ਹੈਗਾ, ਤੁਸੀਂ ਕੰਮ ਲੈ ਕੇ ਜਾਓ। ਤੇ ਅੱਜ ਜੇ ਸਾਡੇ ਭਾਰਤ ਦੀ, ਪੰਜਾਬ ਦੀ ਇਕਨੋਮੀ ਡਾਊਨ ਹੈ ਨਾ, ਅਸੀਂ ਆਪਣੇ ਬੱਚਿਆਂ ਨੂੰ ਨਾ ਹਮੇਸ਼ਾ ਕੀ ਕਹਿ ਕੇ ਪੜਾਉਂਦੇ, ਭਲਾ ਪੁੱਤ ਪੜ੍ਹ ਜਾਓ ਨੌਕਰੀ ਲੱਗ ਜਾਓ। ਇਹ ਨਹੀਂ ਕਹਿੰਦੇ ਨਾ ਕਿ ਪੁੱਤ ਪੜ੍ਹ ਜਾਓ ਨੌਕਰੀ ਲੱਗ ਜਾਓ। ਮੈਂ ਅੱਜ ਤੋਂ ਇੱਕ ਬੜੇ ਪਿਛਲੇ 1.5-2 ਸਾਲਾਂ ਤੋਂ ਮੈਂ ਗੱਲ ਕਹਿਣੀ ਚੇਂਜ ਕੀਤੀ ਹੈ। ਮੈਂ ਕਹਿੰਦਾ ਪੁੱਤ ਪੜ੍ਹ ਜਾਓ, ਨੌਕਰੀਆਂ ਦੇਣ ਵਾਲੇ ਬਣ ਜਾਓਗੇ, ਆਪ ਨਾ ਬਣੋ। ਨੌਕਰੀਆਂ ਲਾ ਕੇ ਸਾਰੀ ਜ਼ਿੰਦਗੀ ਕਿਸੇ ਦੇ ਥੱਲੇ ਲਾ ਕੇ ਕੰਮ ਕਰਨਾ। ਹੁਣ ਇਹਦਾ ਇਹ ਨਾ ਕਿਤੇ ਅਰਥ ਕੱਢ ਲਿਓ ਕਿ ਮੈਂ ਨੌਕਰੀਆਂ ਕਰਨ ਦੇ ਵਿਰੋਧ ਚ, ਜਿਹੜੇ ਕਰਦੇ ਹੋ ਮੁਬਾਰਕ, ਕਰਨੀਆਂ ਵੀ ਚਾਹੀਦੀਆਂ, ਲੋੜ ਹੈ, ਪਰ ਆਪਣੇ ਆਪ ਨੂੰ ਮੁਕੰਮਲ ਇੰਨੇ ਕੁ ਬਣਾਓ, ਇੰਨੇ ਕੁ ਕਾਬਲ ਬਣਾਓ ਕਿ ਤੁਸੀਂ ਲੋਕਾਂ ਨੂੰ ਨੌਕਰੀਆਂ ਦਿਓ। ਜਦੋਂ ਤੁਸੀਂ ਲੋਕਾਂ ਨੂੰ ਨੌਕਰੀਆਂ ਦਿਓਗੇ ਨਾ, ਫਿਰ ਸਿਧਾਂਤ ਦੀ ਗੱਲ ਸੌਖੀ ਕਰ ਸਕੋਗੇ, ਸੱਚ ਦੀ ਗੱਲ ਸੌਖੀ ਕਰ ਸਕੋਗੇ, ਇਮਾਨਦਾਰੀ ਦੀ ਗੱਲ ਸੌਖੀ ਕਰ ਸਕੋਗੇ। ਤੁਸੀਂ ਐਗਜ਼ਾਮਪਲ ਸੈੱਟ ਕਰੋਗੇ ਕਿ ਆਹ ਖੜਾ ਜੇ, ਆਓ ਇਦਾਂ ਕਰੋ, ਤੇ ਹਜ਼ਾਰਾਂ ਲੋਕ ਤੁਹਾਡੀ ਗੱਲ ਸੁਣਨ ਵਾਲੇ ਹੋਣਗੇ। ਹੁਣ ਆਪਣੇ ਬੱਚਿਆਂ ਨੂੰ ਇਹ ਕਹਿ ਕੇ ਪ੍ਰੇਰਿਤ ਕਰੀਏ ਕਿ ਪੁੱਤ ਤੁਸੀਂ ਇੰਨੇ ਕੁ ਕਾਬਲ ਬਣੋ ਕਿ ਤੁਹਾਡੇ ਥੱਲੇ 50 ਬੰਦੇ ਕੰਮ ਕਰਦੇ ਹੋਣ। ਅੱਜ ਇਹਦੇ ਉੱਤੇ ਡਿਸਕਸ਼ਨ ਕਰਨ ਦੀ ਜ਼ਰੂਰਤ ਹੈ, ਇੱਥੇ ਸਿਰ ਵਰਤਣ ਦੀ ਜ਼ਰੂਰਤ ਹੈ। ਬਥੇਰੇ ਦਿੱਤੇ ਨੇ ਸਿਰ, ਬਥੇਰੇ ਮਰਵਾਏ ਨੇ ਪੁੱਤ ਅਸੀਂ ਅਜੇ ਤੱਕ, ਹੁਣ ਨਾ ਮਰਵਾਈਏ, ਹੁਣ ਵਰਤੀਏ, ਸੁਚੇਤ ਹੋਈਏ, ਸਿਆਣੇ ਬਣੀਏ, ਆਪਣੇ ਬੱਚਿਆਂ ਨੂੰ ਇੰਨੇ ਕੁ ਕਾਬਲ ਬਣਾਈਏ ਕਿ ਵੱਡੇ ਅਹੁਦੇ ਤੇ ਪਹੁੰਚਣ। ਅੱਜ ਹੋ ਕੀ ਰਿਹਾ, ਦੋ ਚੀਜ਼ਾਂ ਚੱਲ ਰਹੀਆਂ ਸਾਡੇ ਸਮਾਜ ਦੇ ਵਿੱਚ। ਅੱਜ ਜਿਹੜਾ ਵੀ ਕੋਈ ਬੰਦਾ ਜੌਬ ਕਰ ਰਿਹਾ ਨਾ, 80% ਲੋਕ ਜਿਹੜੀ ਨੌਕਰੀ ਕਰ ਰਹੇ ਉਹ ਬਾਏ ਚਾਂਸ ਕਰ ਰਹੇ ਆ, ਬਾਏ ਚੁਆਇਸ ਨਹੀਂ ਕਰ ਰਹੇ। ਸਕੂਲ ਦੇ ਨਾਲ ਸੰਬੰਧਿਤ ਹੋਣ ਕਰਕੇ ਨਾ ਕਈ ਵਾਰ ਟੀਚਰਸ ਦੀ ਇੰਟਰਵਿਊ ਲੈਣ ਦਾ ਮੌਕਾ ਮਿਲਦਾ ਹੈ, ਤੇ ਮੈਂ ਅਕਸਰ ਇਹ ਸਵਾਲ ਟੀਚਰਸ ਨੂੰ ਪੁੱਛਦਾ ਹੁੰਦਾ ਜਿਹੜੇ ਇੰਟਰਵਿਊ ਦੇਣ ਆਉਂਦੇ ਆ। ਮੈਂ ਉਹਨਾਂ ਨੂੰ ਅਕਸਰ ਇਹ ਗੱਲ ਪੁੱਛਦਾ ਹੁੰਦਾ ਕਿ ਤੁਸੀਂ ਟੀਚਰ ਬਾਏ ਚਾਂਸ ਬਣੇ ਹੋ ਕਿ ਬਾਏ ਚੁਆਇਸ ਬਣੇ ਹੋ, ਤੇ 99% ਟੀਚਰਸ ਦਾ ਇਹ ਜਵਾਬ ਹੁੰਦਾ ਹੈ ਕਿ ਬਾਏ ਚਾਂਸ ਬਣੇ ਆ। ਤੇ ਜਿਹੜੇ ਬਾਏ ਚਾਂਸ ਟੀਚਰ ਬਣਨਗੇ, ਤੁਹਾਡੇ ਬੱਚਿਆਂ ਨੂੰ ਬਾਏ ਚਾਂਸ ਹੋ ਬਾਈ ਚੁਆਇਸ ਆਫਿਸਰ IAS IPS ਕਿੱਥੋਂ ਬਣਾ ਦੇਣਗੇ? ਜਿਹੜੇ ਆਪ ਹੀ ਬਾਈ ਚਾਂਸ ਬਣੇ, ਕੋਈ ਕੰਮ ਨਹੀਂ ਮਿਲਿਆ ਜੀ, ਚਲੋ B.Ed ਕਰ ਲਓ, ਫਿਰ BA ਕਰ ਲਈ ਜੀ, ਚਲੋ ਖਿੱਚ ਧੂ ਕੇ BA ਹੋ ਗਈ, ਚਲੋ ਹੋਰ ਨਹੀਂ ਕੁਛ ਤੇ ਚਲੋ B.Ed ਕਰ ਲੈਂਦੇ, ਨਹੀਂ ਕੁਛ ਚਲੋ ਸਕੂਲੇ ਹੀ ਲੱਗ ਜਾਾਂਗੇ ਕਿਤੇ ਨਾ ਕਿਤੇ। ਅੱਛਾ, ਜਦੋਂ ਇਹੋ ਜਿਹੇ ਲੋਕਾਂ ਦੇ ਹੱਥਾਂ 'ਚ ਭਵਿੱਖ ਜਾਏਗਾ ਤੇ ਰਹਿ ਜੂ ਕੋਈ IPS? ਉਹ ਤਾਂ ਫਿਰ ਇਹੀ ਕਹਿਣਗੇ ਕਿ ਜਿੱਦਾਂ ਧੂਪ ਸੀੜ ਕੇ ਅਸੀਂ ਬਣ ਗਏ, ਤੁਸੀਂ ਪੁੱਤ ਬਣ ਜਾਏ ਹੋਏ। ਤੇ ਅੱਜ ਸਾਨੂੰ ਆਈਡੀਓਲੋਜੀ ਜਿਹੜੀ ਆ ਉਹ ਚੇਂਜ ਕਰਨ ਦੀ ਜ਼ਰੂਰਤ ਹੈ। ਗੁਰੂ ਰਾਮਦਾਸ ਪਾਤਸ਼ਾਹ ਤੋਂ ਸਮਝਣ ਦੀ ਜ਼ਰੂਰਤ ਹੈ ਕਿ ਆਪ ਘੁੰਗੜੀਆਂ ਵੇਚਦੇ ਸਨ, ਜਿਸ ਦਿਨ ਆਪ ਮੁਕਾਮ ਮਿਲਿਆ, ਆਪ ਮੌਕਾ ਮਿਲਿਆ ਤੇ 52 ਕਿੱਤਿਆਂ ਦੇ ਵੱਡੇ ਸਰਮਾਏਦਾਰ ਲੋਕ ਲਾ ਕੇ ਬਿਠਾਏ ਕਿ ਆਓ ਆਹ ਹੁਣ ਸੁਨਾਰ ਦਾ ਕੰਮ ਕਰੇਗਾ, ਆਹ ਕੁਮਾਰ ਦਾ ਕੰਮ ਕਰੇਗਾ, ਆਹ ਹੁਣ ਲੋਹਾਰ ਦਾ ਕੰਮ ਕਰੇਗਾ, ਕੰਮ ਖੋਲ ਕੇ ਦਿੱਤੇ। ਜਿਹੜੇ ਲੋਕਾਂ ਕੋਲ ਆਪਣਾ ਖੁੱਲਿਆ ਹੋਇਆ ਕੰਮ ਹੁੰਦਾ ਹੈ, ਉੱਥੇ ਇਕਨੋਮੀ ਆਪਣੇ ਆਪ ਵੱਧ ਜਾਂਦੀ ਹੈ। ਐਵੇਂ ਨਹੀਂ ਸ਼ਹਿਰ ਅੰਮ੍ਰਿਤਸਰ ਸ਼ਹਿਰ ਬੜੇ ਥੋੜੇ ਸਮੇਂ ਦੇ ਵਿੱਚ ਲਾਹੌਰ ਦੇ ਬਰਾਬਰ ਹੋ ਗਿਆ ਸੀ, ਤੇ ਲਾਹੌਰ ਰਾਜਧਾਨੀ ਹੁੰਦੀ ਸੀ ਉਸ ਵਕਤ। ਐਵੇਂ ਨਹੀਂ ਸੀ ਹੋ ਗਿਆ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮਿਹਨਤ ਸੀ, ਮੁਸ਼ੱਕਤ ਸੀ, ਉਹਦੇ ਪਿੱਛੇ ਪਲੈਨਿੰਗ ਸਨ ਗੁਰੂ ਰਾਮਦਾਸ ਪਾਤਸ਼ਾਹ ਦੀ। ਇਹ ਸਮਝਣ ਦੀ ਜ਼ਰੂਰਤ। ਦੂਸਰੀ ਗੱਲ ਮੈਂ ਕਰ ਰਿਹਾ ਸੀ ਵਿਆਹ ਦੀ। ਅੱਜ ਅਸੀਂ ਵਿਆਹ ਕਰਨਾ ਹੋਵੇ ਤੇ ਕੀ ਦੇਖਦੇ ਆ ਕਿ ਮੁੰਡਾ ਪੜ੍ਹਿਆ ਲਿਖਿਆ, ਇੰਨਾ ਨਹੀਂ ਦੇਖਦੇ ਅਸੀਂ। ਜੇ ਤੇ ਇੰਨਾ ਕੁ ਵੇਖ ਕੇ ਰਿਸ਼ਤਾ ਕਰੀਏ ਨਾ, ਮੁੰਡਾ ਪੜ੍ਹਿਆ ਲਿਖਿਆ, ਤੇ ਬੜੀ ਸੋਹਣੀ ਗੱਲ ਹੈ। ਅਸੀਂ ਇਹ ਵੀ ਦੇਖਦੇ ਹਾਂ ਕਿ ਮੁੰਡਾ ਪੜ੍ਹਿਆ ਲਿਖਿਆ, ਮੁੰਡਾ ਕੰਮ ਤੇ ਲੱਗਾ ਤੇ ਕਮਾਉਂਦਾ ਕਿੰਨਾ ਹੈ। ਅੱਛਾ, ਕਮਾਉਂਦਾ ਵੇਖ ਲੈਂਦੇ ਆ, ਉਡਾਉਂਦਾ ਕਿੰਨਾ ਹੈ ਇਹ ਨਹੀਂ ਵੇਖਦੇ। ਕਮਾਉਣ ਦੇ ਨਾਲ ਨਾਲ ਉਹਦੇ ਫਾਲਤੂ ਖਰਚੇ ਵੀ ਵੇਖ ਲਓ ਕਿਤੇ। ਅੱਛਾ, ਇੱਕ ਹੋਰ ਥੋੜੀ ਜੀ ਚੀਜ਼ ਹੈ, ਬੜੀ ਵਾਰ ਡਿਸਕਸ਼ਨ ਹੁੰਦੀ ਹੈ ਕਿ ਮੁੰਡਿਆਂ ਦਾ ਕਰੈਕਟਰ ਐਸੈਸੀਨੇਸ਼ਨ ਹੁੰਦਾ ਹੈ। ਮਾਤਾ ਭਾਨੀ ਦੀ ਕੁੱਖ ਦੇ ਵਿੱਚੋਂ ਜਨਮ ਲੈਣ ਵਾਲੇ ਗੁਰੂ ਅਰਜਨ ਪਾਤਸ਼ਾਹ,
ਭਾਈ ਜੇਠਾ ਜੀ ਗੁਰੂ ਰਾਮਦਾਸ ਪਾਤਸ਼ਾਹ ਬਣਨ ਤੋਂ ਬਾਅਦ ਵਿੱਚ ਪਰਵਰਿਸ਼ ਕਰਨ ਵਾਲੇ ਨੇ। 30 ਰਾਗਾਂ ਦੇ ਵਿੱਚ ਬਾਣੀ ਗੁਰੂ ਰਾਮਦਾਸ ਪਾਤਸ਼ਾਹ ਦੀ ਹੈ ਤੇ 30 ਰਾਗਾਂ ਦੇ ਵਿੱਚ ਹੀ ਬਾਣੀ ਗੁਰੂ ਅਰਜਨ ਪਾਤਸ਼ਾਹ ਦੀ। ਕਿੰਨੀ ਸੋਹਣੀ ਪਰਵਰਿਸ਼ ਹੋਏਗੀ ਭਲਾ, ਕਿੰਨੇ ਸੋਹਣੇ ਤਰੀਕੇ ਦੇ ਨਾਲ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ ਹੋਏਗੀ। ਜੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬੜੇ ਉਦਾਸ ਹੁੰਨੇ ਆ, ਅਸੀਂ ਬੜੇ ਨਿਰਾਸ਼ ਹੁੰਨੇ ਆ ਕਿ ਜੇ ਸਾਡਾ ਕੋਈ ਸਾਥ ਦਿੰਦਾ ਨਾ ਸ਼ਾਇਦ ਅਸੀਂ ਬੜੇ ਕਾਮਯਾਬ ਹੁੰਦੇ। ਸੈਲਫ ਡਿਪੈਂਡੈਂਟ ਹੋਣਾ ਸ਼ੁਰੂ ਕਰੀਏ। ਸਿੱਖੋ ਗੁਰੂ ਰਾਮਦਾਸ ਪਾਤਸ਼ਾਹ ਤੋਂ ਸੈਲਫ ਡਿਪੈਂਡੈਂਟ, ਸੈਲਫ ਕੌਨਫੀਡੈਂਸ ਲੈ ਕੇ ਆਈਏ ਕਿ ਹਾਂ ਮੈਂ ਕਰ ਸਕਦਾ। ਜੇ ਗੁਰੂ ਰਾਮਦਾਸ ਪਾਤਸ਼ਾਹ ਕਰ ਸਕਦੇ ਨੇ ਉਸ ਵਕਤ ਤੇ ਮੈਂ ਕਿਉਂ ਨਹੀਂ ਕਰ ਸਕਦਾ। ਇੱਕ ਭਾਈ ਸੋਮਨ ਹੋਏ ਨੇ ਲਾਹੌਰ ਤੋਂ ਹੀ। ਭਾਈ ਸੋਮਨ ਉਹ ਲੋਕਾਂ ਦੇ ਵਿੱਚ ਬੈਠਦੇ, ਨਸ਼ਿਆਂ ਦੀ ਲੱਤ ਲੱਗ ਗਈ ਉਹਨਾਂ ਨੂੰ ਤੇ ਬੜੇ ਉਦਾਸ ਰਹਿਣ ਲੱਗ ਪਏ। ਦਿਨੋਂ ਦਿਨ ਉਹਨਾਂ ਦਾ ਕਾਰੋਬਾਰ ਠੱਪ ਹੋ ਗਿਆ ਤੇ ਜਦੋਂ ਰਿਸ਼ਤੇਦਾਰ ਵੀ ਉਨੀ ਕੁ ਦੇਰ ਤੱਕ ਹੀ ਨਾਲ ਹੁੰਦੇ ਆ ਜਿੰਨੀ ਕੁ ਦੇਰ ਤੱਕ ਜੇਬ ਭਾਰੀ ਹੋਵੇ। ਜੇਬ ਭਾਰੀ ਹੋਵੇ ਤੇ ਰਿਸ਼ਤੇਦਾਰ ਵੀ ਹੌਲੀ ਹੌਲੀ ਦੂਰ ਹੋਣਾ ਸ਼ੁਰੂ ਹੋ ਜਾਂਦੇ। ਉਹਦਾ ਬਿਜ਼ਨਸ ਠੱਪ ਹੋ ਗਿਆ, ਮਾੜੀ ਸੰਗਤ 'ਚ ਪੈ ਗਿਆ, ਕੰਮਕਾਜ ਖਤਮ ਹੋ ਗਿਆ, ਘਰਦਿਆਂ ਨੇ ਵੀ ਕੱਢਤਾ ਬਾਹਰ। ਰੋਜ਼ ਬਾਹਰ ਆ ਕੇ ਚੌਂਕ 'ਚ ਬੈਠੇ ਰਹਿਣਾ, ਬੜਾ ਉਦਾਸ, ਗਲਤ ਕੰਮ ਕਰਨ ਲੱਗ ਪਿਆ, ਨਸ਼ਾ ਕਰਨ ਲੱਗ ਪਿਆ। ਇੱਕ ਦਿਨ ਸੰਗਤ ਜਾ ਰਹੀ ਸੀ, ਉਹਨਾਂ ਨੇ ਵੇਖਿਆ ਕਿ ਇਹ ਬੈਠਾ ਹੈ। ਉਹਨਾਂ ਨੇ ਗੱਲਬਾਤ ਕੀਤੀ ਤੇ ਕਹਿੰਦੇ ਆ ਤੈਨੂੰ, ਤੂੰ ਉਦਾਸ ਨਾ ਹੋ, ਆ ਤੈਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਲੈ ਕੇ ਜਾਣੇ ਆ। ਗੁਰੂ ਰਾਮਦਾਸ ਪਾਤਸ਼ਾਹ ਦੇ ਕੋਲ ਲੈ ਕੇ ਆਏ। ਕਹਿੰਦਾ ਮੈਂ ਉੱਥੇ ਕੀ ਕਰੂੰਗਾ, ਮੇਰਾ ਉੱਥੇ ਕੀ ਕੰਮ ਹੈ। ਕਹਿੰਦੇ ਕੋਈ ਗੱਲ ਨਹੀਂ, ਤੂੰ ਜਾ, ਸਾਡੇ ਨਾਲ ਆ ਜਾ ਇੱਕ ਵਾਰ, ਉੱਥੇ ਬਾਅਦ 'ਚ ਤੂੰ ਕੀ ਕਰਨਾ ਹੈ ਤੈਨੂੰ ਗੁਰੂ ਨੇ ਆਪੇ ਦੱਸ ਦੇਣਾ ਹੈ। ਉਹ ਜਦੋਂ ਭਾਈ ਸੋਮਨ ਆਇਆ ਲਾਹੌਰ ਤੋਂ ਚੱਲ ਕੇ, ਉਦੋਂ ਨਗਰ ਦੀ ਉਸਾਰੀ ਹੋ ਰਹੀ ਸੀ ਅੰਮ੍ਰਿਤਸਰ ਦੀ। ਰੋਜ਼ ਬੈਠਣਾ, ਸੰਗਤ ਹੋਣੀ, ਬਾਣੀ ਦੀ ਵਿਚਾਰ ਹੋਣੀ, ਬਾਣੀ ਵਿਚਾਰੀ ਜਾਣੀ। ਸੂਕੇ ਕਾਸਟ ਹਰਿਆ ਦੀ ਐਗਜ਼ਾਮਪਲ ਸਮਝ ਲਿਓ ਇਸ ਵਕਤ। ਤੇ ਉੱਥੇ ਰੋਜ਼ ਉਹਨੇ ਆ ਕੇ ਬੈਠਣਾ, ਰੋਜ਼ ਉਹਨੇ ਬਾਣੀ ਸੁਣਨੀ, ਰੋਜ਼ ਉਹਨੇ ਬਾਣੀ ਪੜ੍ਹਨੀ ਤੇ ਹੌਲੀ ਹੌਲੀ ਉਹਦਾ ਮਨ ਬਦਲਣ ਲੱਗ ਪਿਆ, ਚੇਂਜ ਹੋਣਾ ਸ਼ੁਰੂ ਹੋ ਗਿਆ। ਤੇ ਉਹਨੂੰ ਨਾ ਸਿੱਖਾਂ ਨੇ ਰੋਜ਼ ਕਹਿਣਾ, ਕਹਿੰਦਾ ਜੇ ਕੁਛ ਬਣਨਾ ਹੈ ਨਾ ਤੇ ਉਦਾਂ ਹੀ ਬਣੀ, ਉਦਾਂ ਹੀ ਕਰੀ ਜਿਵੇਂ ਭਾਈ ਜੇਠੇ ਨੇ ਕੀਤਾ ਹੈ, ਉਦਾਂ ਹੀ ਕਰੀ ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਨੇ ਕੀਤਾ ਹੈ। ਉਹ ਇੰਸਪਾਇਰ ਹੋਇਆ ਗੁਰੂ ਰਾਮਦਾਸ ਪਾਤਸ਼ਾਹ ਤੋਂ ਤੇ ਉਹਨੇ ਵੀ ਕਿੱਤਾ ਸ਼ੁਰੂ ਕਰ ਲਿਆ ਘੁੰਗੜੀਆਂ ਵੇਚਣ ਦਾ। ਪੈਸਾ ਤੇ ਕੋਲ ਸੀ ਕੋਈ ਨਹੀਂ। ਉਹਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਕਰੋ ਗੁਰੂ ਸਾਹਿਬ ਕਿਰਪਾ, ਇੱਕ ਛੋਟਾ ਜਿਹਾ ਕੰਮ ਕਰ ਦਿਓ। ਹੁਣ ਗੁਰੂ ਰਾਮਦਾਸ ਪਾਤਸ਼ਾਹ ਖੁਦ ਉਸ ਲਾਈਨ ਚੋਂ ਨਿਕਲੇ ਹੋਣ ਤੇ ਕਿਵੇਂ ਕਿਸੇ ਦਾ ਦੁੱਖ ਵੇਖ ਸਕਦੇ ਨੇ, ਕਿਵੇਂ ਕਿਸੇ ਦਾ ਦਰਦ ਵੇਖ ਸਕਦੇ ਨੇ। ਉਹਨੇ ਰੋਜ਼ ਘੁੰਗੜੀਆਂ ਵੇਚਣੀਆਂ, ਕਿਰਤ ਕਰਨੀ। ਕਿਰਤ ਕਰਦਿਆਂ ਕਰਦਿਆਂ ਬਾਅਦ ਜਦੋਂ ਉਹਨੇ ਕੰਮ ਤੋਂ ਫ੍ਰੀ ਹੋਣਾ ਤੇ ਆ ਕੇ ਸੰਗਤ 'ਚ ਬੈਠ ਕੇ ਨਾਮ ਜਪਣਾ। ਇਹੀ ਸਿਧਾਂਤ ਨੇ ਨਾ ਗੁਰੂ ਸਾਹਿਬ ਦੇ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਉਹਨੇ ਕਿਰਤ ਕਰਨੀ, ਨਾਮ ਜਪਣਾ, ਸੰਗਤ ਕਰਨੀ, ਸੇਵਾ ਕਰਨ ਲੱਗ ਪਿਆ। ਬਾਅਦ ਵਿੱਚ ਲੰਗਰ ਦੇ ਵਿੱਚ ਉਹਦਾ ਮਨ ਭਿੱਜਣ ਲੱਗ ਪਿਆ। ਕੰਮ ਦਿਨੋਂ ਦਿਨ ਵੱਧਦਾ ਗਿਆ। ਪਹਿਲਾਂ ਜਿੰਨੇ ਕਮਾਉਂਦਾ ਸੀ ਉਹਨੇ ਖਰਚ ਲੈਂਦਾ ਸੀ। ਹੁਣ ਜਿਹੜੀ ਉਹਦੀ ਪੂੰਜੀ ਵਧਣੀ ਸ਼ੁਰੂ ਹੋ ਗਈ, ਪੈਸੇ ਬਚਣੇ ਸ਼ੁਰੂ ਹੋ ਗਏ। ਦਿਨੋਂ ਦਿਨ ਉਹਨੇ ਕੰਮ ਵੱਡਾ ਕਰ ਲਿਆ, ਦਿਨੋਂ ਦਿਨ ਉਹਨੇ ਕੰਮ ਵਧਾਉਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਭਾਈ ਜੇਠਾ ਜੀ ਗੁਰੂ ਰਾਮਦਾਸ ਪਾਤਸ਼ਾਹ ਤੁਰੇ ਜਾ ਰਹੇ ਸਨ। ਉਨੀ ਦੇਰ ਨੂੰ ਕਾਮੇ ਆ ਗਏ। ਨਗਰ ਦੀ ਉਸਾਰੀ ਹੋ ਰਹੀ ਸੀ, ਕਾਮੇ ਆ ਗਏ, ਜਿਹੜੇ ਕੰਮ ਕਰ ਰਹੇ ਸਨ ਮਿਸਤਰੀ, ਉਹ ਆ ਗਏ। ਆ ਕੇ ਗੁਰੂ ਸਾਹਿਬ ਕਹਿੰਦੇ ਮਿਹਨਤਾਨਾ ਦਿਓ ਜੀ ਸਾਡਾ। ਗੁਰੂ ਸਾਹਿਬ ਨੂੰ ਆ ਕੇ ਕਹਿੰਦੇ। ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਇਹ ਵੀ ਗੱਲ ਸਿਖਾਈ, ਵੈਸੇ ਅੱਜ ਕੱਲ੍ਹ ਇਹ ਕਹੀ ਤਾਂ ਜਾਂਦੀ ਹੈ ਪਰ ਮੰਨੀ ਬਹੁਤ ਘੱਟ ਜਾਂਦੀ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕਹਿਣਾ ਸੀ ਕਿ ਦਿਹਾੜੀਦਾਰ ਮਜ਼ਦੂਰ ਦੇ ਪਸੀਨਾ ਸੁੱਕਣ ਤੋਂ ਪਹਿਲਾਂ ਉਹਦਾ ਮਿਹਨਤਾਨਾ ਉਹਦੇ ਹੱਥ ਤੇ ਚਾਹੀਦਾ। ਤਰਲੇ ਲੈਂਦੇ ਫਿਰਦੇ ਆ ਲੋਕ, ਪੈਸੇ ਹੀ ਮਾਰ ਜਾਂਦੀਆਂ ਅੱਜ ਕੱਲ੍ਹ ਫਰਮਾਂ। 6-6 ਮਹੀਨੇ ਵਿਚਾਰੇ ਨੂੰ ਤਨਖਾਹਾਂ ਹੀ ਨਹੀਂ ਮਿਲਦੀਆਂ, ਧਰਨਿਆਂ ਤੇ ਬਹਿ ਜਾਂਦੇ ਆ। ਬਾਅਦ ਵਿੱਚ ਉਸੇ ਸ਼ਹਿਰ, ਉਸੇ ਨਗਰ ਦੇ ਲੋਕ ਜਿਹਦੇ ਬਾਰੇ ਇਹ ਵੀ ਜਾ ਕੇ ਪੜ੍ਹ ਆਉਂਦੇ ਆ, ਡਿੱਠੇ ਸਭੇ ਥਾਵ ਨਹੀਂ, ਉੱਥੇ ਜਾ ਕੇ ਪੜ੍ਹ ਆਉਂਦੇ ਆ, ਬਾਅਦ ਚ ਆ ਕੇ ਚੇਤਾ ਭੁੱਲ ਜਾਂਦਾ। ਤੇ ਗੁਰੂ ਸਾਹਿਬ ਨੂੰ ਜਾ ਕੇ ਉਹ ਜਿਹੜੇ ਕਾਮੇ ਸਨ, ਕੰਮ ਕਰਨ ਵਾਲੇ ਸਨ, ਕਹਿੰਦੇ ਜੀ ਮਿਹਨਤਾਨਾ ਜੀ ਸਾਡਾ ਅੱਜ ਦਾ। ਹੁਣ ਗੁਰੂ ਸਾਹਿਬ ਜਾਣੀ ਜਾਣ, ਉਹ ਲਾਗੇ ਖਲੋਤੇ ਨੇ ਸਾਹਮਣੇ। ਭਾਈ ਸੋਮਨ ਖਲੋਤਾ, ਜਿਹੜਾ ਕਾਰੋਬਾਰ ਜਿਹਨੇ ਸ਼ੁਰੂ ਕੀਤਾ ਸੀ, ਘੁੰਗੜੀਆਂ ਦਾ ਕੰਮ ਵੱਧ ਗਿਆ ਸੀ ਜਿਹਦਾ, ਉਹ ਆਇਆ ਤੇ ਆ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਦਾ, ਗੁਰੂ ਸਾਹਿਬ ਇਹਨਾਂ ਕਾਮਿਆਂ ਦੀ ਮਿਹਨਤ ਅੱਜ ਮੈਂ ਦੇ ਦੇਵਾਂ, ਜੇ ਤੁਸੀਂ ਮਿਹਰ ਕਰੋ
ਤੁਸੀਂ ਕਹੋ ਤੇ ਮੈਂ ਵੀ ਥੋੜਾ ਯੋਗਦਾਨ ਪਾ ਦਿੱਤਾ। ਤੁਹਾਡੇ ਹੀ ਦਰ ਤੋਂ ਤੇ ਆ ਕੇ ਮੈਂ ਬਣਿਆ, ਤੁਹਾਡੇ ਦਰ ਤੋਂ ਹੀ ਤੇ ਆ ਕੇ ਮੈਂ ਕਮਾਉਣਾ ਸ਼ੁਰੂ ਕੀਤਾ, ਤੇ ਥੋੜੀ ਜਿਹੀ ਮਿਹਨਤ ਆ ਨਾ ਅੱਜ ਦਾ ਮੈਂ ਦੇ ਦੇਵਾਂ। ਗੁਰੂ ਸਾਹਿਬ ਨੇ ਘੁੱਟ ਕੇ ਛਾਤੀ ਦੇ ਨਾਲ ਲਾਇਆ ਤੇ ਉਹਨੂੰ ਸ਼ਾਹ ਕਹਿ ਕੇ ਨਵਾਜਿਆ। ਧੰਨ ਗੁਰੂ ਕਾ ਸ਼ਾਹ। ਅੱਜ ਵੀ ਉਹਨਾਂ ਦੀ ਕੁਲ ਸ਼ਾਹ ਕਰਕੇ ਜਾਣੀ ਜਾਂਦੀ ਹੈ ਲਾਹੌਰ ਦੇ ਵਿੱਚ। ਤੇ ਗੁਰੂ ਸਾਹਿਬ ਨੇ ਇਮਤਿਹਾਨ ਚੋਂ ਇਹ ਵੀ ਵੇਖਿਆ, ਇਹ ਕਿਰਤ ਵੀ ਕਰਨ ਲੱਗ ਪਿਆ, ਨਾਮ ਵੀ ਜਪਣ ਲੱਗ ਪਿਆ ਤੇ ਵੰਡ ਵੀ ਛਕਣ ਲੱਗ ਪਿਆ। ਸਿੱਖ ਦੀ ਐਸੀ ਭਾਵਨਾ ਹੋਣੀ ਚਾਹੀਦੀ ਹੈ। ਤੇ ਮੈਂ ਅਕਸਰ ਕਹਿੰਦਾ ਹੁੰਦਾ ਕਿ ਜਦੋਂ ਠੇਡਾ ਲਾ ਕੇ ਡਿੱਗੇ ਨੂੰ ਵੇਖ ਕੇ ਤੁਹਾਡੇ ਦਿਲ ਚੋਂ ਹਾਏ ਨਿਕਲੇ ਨਾ, ਇਹਦਾ ਮਤਲਬ ਤੁਹਾਡੇ ਦਿਲ 'ਚ ਸਿੱਖੀ ਦੇ ਬੀਜ ਜਿਹੜੇ ਨੇ ਉਹ ਪਨਪ ਰਹੇ ਨੇ। ਕੋਈ ਤੁਰਿਆ ਜਾ ਰਿਹਾ, ਮੰਗ ਕਿਸੇ ਕੋ ਰਿਹਾ ਹੈ, ਕਹਿ ਕਿਸੇ ਨੂੰ ਰਿਹਾ ਹੈ ਕਿ ਮੇਰੀ ਮਦਦ ਕਰੀ, ਮੈਨੂੰ ਪੈਸਿਆਂ ਦੀ ਲੋੜ ਹੈ। ਤੁਸੀਂ ਕੋਲ ਖਲੋਤੇ ਹੋ, ਤੁਹਾਡੇ ਮਨ 'ਚ ਇਹ ਖਿਆਲ ਆਇਆ ਨਾ ਕਿ ਚੱਲ ਭਰਾਵਾ ਜੇ ਉੱਥੋਂ ਨਾ ਮਿਲੇ ਤੇ ਮੇਰੇ ਤੋਂ ਲੈ ਜਾਈ, ਮੈਂ ਤੇਰੀ ਮਦਦ ਕਰੂੰਗਾ। ਜੇ ਇਹ ਭਾਵਨਾ ਪੈਦਾ ਹੋ ਗਈ ਨਾ, ਫਿਰ ਇਹਦਾ ਮਤਲਬ ਅਸੀਂ ਗੁਰੂ ਰਾਮਦਾਸ ਦੇ ਦਰ ਦੇ ਸਿੱਖ ਬਣ ਗਏ। ਅਦਰਵਾਈਜ਼ ਕੋਈ ਬੱਚਾ ਪੜ੍ਹਾਈ ਕਰਕੇ ਰਹਿ ਗਿਆ, ਕਿਸੇ ਬੱਚੇ ਦੀ ਪੜ੍ਹਾਈ ਪੈਸਿਆਂ ਕਰਕੇ ਛੁੱਟ ਗਈ ਹੈ, ਤੇ ਤੁਹਾਡੇ ਮਨ 'ਚ ਇਹ ਚਾਹ ਪੈਦਾ ਹੋਇਆ ਨਾ ਕਿ ਚੱਲ ਕੋਈ ਗੱਲ ਨਹੀਂ, ਇਸ ਬੱਚੇ ਦਾ 1 ਸਾਲ ਦਾ ਖਰਚਾ ਮੈਂ ਦੇ ਦੂੰਗਾ। ਉਦਣ ਫਿਰ ਸਿੱਖੀ ਅੰਦਰ ਜਨਮ ਲੈ ਰਹੀ। ਉਦਣ ਅਸੀਂ ਅਸਲ 'ਚ ਵੰਡ ਛਕਣ ਵਾਲੇ ਨੂੰ ਸਮਝੇ ਆ। ਤੇ ਮੈਂ ਇਹ ਵੀ ਗੱਲ ਅਕਸਰ ਕਹਿਣਾ ਹੁੰਦਾ ਕਿ ਜਦੋਂ ਅਸੀਂ ਕਿਸੇ ਨੂੰ ਦੇ ਦਿੰਦੇ ਆ ਨਾ, ਤੇ ਸਾਡਾ ਘਟਦਾ ਕੁਛ ਨਹੀਂ, ਜੇ ਵੱਧਦਾ ਹੀ ਹੈ, ਵੱਧਦਾ ਹੀ ਹੈ, ਕੁਛ ਨਹੀਂ ਜੇ ਘਟਦਾ। ਇਸ ਕਰਕੇ ਜਦੋਂ ਦੂਸਰੇ ਦੀ ਹਮਾਇਤ ਕਰਨ ਦੀ ਜਾਚ ਆ ਜਾਏ ਨਾ, 2 ਚੀਜ਼ਾਂ ਸੋਚਿਆ ਕਰੋ ਕਿ ਅਸੀਂ ਅੱਜ ਕਿਸੇ ਦੀ ਹਮਾਇਤ ਕਰਨ ਲੱਗ ਪਏ ਆ। ਇੱਕ ਤੇ ਦਾਤੇ ਨੇ ਸੁੱਖ ਦੇ ਦਿੱਤਾ ਹੈ, ਤੇ ਇੱਕ ਰੱਬ ਨੇ ਮਾਤੇ ਨਹੀਂ ਕੁਚੀ ਦੇ ਦਿੱਤੀ ਹੈ ਕਿ ਅਸੀਂ ਕਿਸੇ ਦੀ ਮਦਦ ਕਰਨ ਜੋਗੇ ਹੋ ਗਏ। ਤੇ ਮਦਦਕਾਰੀ ਤੁਸੀਂ ਤਾਂ ਰਹੇ ਜੇ ਕਿਤੇ ਨਾ ਕਿਤੇ ਤੁਹਾਨੂੰ ਰੱਬ ਨੇ ਉਹਦੇ ਕਾਬਲ ਬਣਾਇਆ ਹੈ। ਤੁਸੀਂ ਮਿਹਨਤ ਕੀਤੀ ਹੈ, ਕਾਬਲ ਬਣੇ ਹੋ, ਸਚਿਆਰੀ ਤਰੀਕੇ ਦੇ ਨਾਲ ਮਿਹਨਤ ਕੀਤੀ ਹੋ। ਤੇ ਜੇ ਕਿਸੇ ਦਾ ਸਵਾਰ ਦਓਗੇ ਤੇ ਨੁਕਸਾਨ ਵੀ ਕਿਸੇ ਦਾ ਨਹੀਂ ਹੋਏਗਾ, ਫਾਇਦਾ ਹੀ ਹੋਏਗਾ। ਇਹ ਘਟਨਾਵਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਦੀਆਂ ਸਿੱਖਣ ਨੂੰ। ਐਵੇਂ ਕੋਈ ਦੁੱਖ ਆਏ ਜੇ ਨਾ, ਮਾਯੂਸ ਨਾ ਹੋਇਆ ਕਰੋ ਕਿ ਇਦਾਂ ਹੋ ਗਿਆ। ਨਾ ਨਾ, ਜਿਸ ਦਿਨ ਜ਼ਿੰਦਗੀ 'ਚ ਦੁੱਖ ਆਵੇ ਨਾ, ਇੱਕ ਵਾਰ ਭਾਈ ਜੇਠੇ ਦਾ ਇਤਿਹਾਸ ਪੜ੍ਹ ਲਿਆ ਕਰੋ ਕਿ ਯਾਰ ਇਹ ਤੋਂ ਵੱਡਾ ਤਾਂ ਨਹੀਂ ਨਾ ਹੋਰ ਕੋਈ ਹੋ ਸਕਦਾ। ਬਿਜ਼ਨਸ ਦੇ ਵਿੱਚ ਲਾਸ ਹੋ ਜਾਏ, ਕੰਮਕਾਰ 'ਚ ਕਿਤੇ ਘਾਟਾ ਪੈ ਜਾਏ, ਤੇ ਇਹ ਜ਼ਰੂਰ ਸੋਚਿਆ ਕਰੋ ਕਿ ਜੇ ਭਾਈ ਜੇਠਾ ਇਹ ਗੱਲ ਸੋਚ ਕੇ ਬਹਿ ਜਾਂਦਾ, ਤੇ ਸ਼ਾਇਦ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਅਸੀਂ ਕਹਿ ਹੀ ਨਾ ਪਾਉਂਦੇ, ਜਿੱਥੇ ਸੱਭੇ ਥਾਮ ਨਹੀਂ ਤੁਲ ਜਿਹੇ। ਜੇ ਉਹੀ ਮਾਯੂਸ ਹੋ ਜਾਂਦੇ ਤੇ ਸ਼ਾਇਦ ਭੱਟ ਕੀਰਤ ਵੀ ਇਹ ਗੱਲ ਨਾ ਕਹਿੰਦੇ, ਇੱਕ ਅਰਦਾਸ ਭੱਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਾਇਦ ਨਾ ਕਹਿੰਦੇ। ਸੋ ਇਸ ਕਰਕੇ ਪੈਰਾਂ ਸਿਰ ਹੋਈਏ, ਸੁਚੇਤ ਹੋਈਏ, ਅਵੇਅਰ ਹੋਈਏ, ਸੈਲਫ ਡਿਪੈਂਡੈਂਟ ਬਣੀਏ, ਸੈਲਫ ਕੌਨਫੀਡੈਂਸ ਲੈ ਕੇ ਆਈਏ। ਆਪਣੀ ਗੱਲ ਰੱਖਣ ਦਾ, ਆਪਣੀ ਗੱਲ ਕਰਨ ਦਾ ਤਰੀਕਾ, ਆਪਣੇ ਕੰਮ ਪੈਦਾ ਕਰੀਏ, ਕਿੱਤਾ ਪੈਦਾ ਕਰੀਏ। ਆਪਣੇ ਬੱਚਿਆਂ ਨੂੰ ਨੌਕਰੀਆਂ ਲਾਉਣ ਦੀ ਥਾਂ ਨੌਕਰੀ ਲਵਾਉਣ ਵਾਲੇ ਬਣਾਓ ਕਿ ਉਹ 10, 15, 20, 50 ਬੰਦਿਆਂ ਨੂੰ ਨੌਕਰੀ ਆਪਣੇ ਥੱਲੇ ਰੱਖਣ ਦੀ। ਆਓ ਪਈਏ ਪਰ ਮਿਲ ਕੇ ਕੰਮ ਕਰੀਏ, ਫਿਰ ਸਿੱਖੀ ਦਾ ਪ੍ਰਚਾਰ ਆਪਣੇ ਆਪ ਹੋ ਜਾਏਗਾ, ਫਿਰ ਸਿੱਖੀ ਦੀ ਗੱਲ ਆਪਣੇ ਆਪ ਚੱਲਦੀ ਹੋ ਜਾਏਗੀ। ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਦਿੱਤਾ ਹੋਇਆ ਸਮਾਂ ਸਮਾਪਤ ਹੈ। ਵਿਚਾਰਾ ਕਰਦਿਆਂ ਹੋਈਆਂ ਭੁੱਲਾਂ ਮੇਰੀਆਂ, ਉਪਦੇਸ਼ ਗੁਰੂ ਦਾ ਜਾਣ ਕੇ ਹੋਰਨਾਂ ਤੱਕ ਪਹੁੰਚਾਉਣ ਦਾ ਯਤਨ ਕਰਨਾ। ਕੋਟਾਨਕੋਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਬੈਠ ਕੇ ਗੁਰ ਇਤਿਹਾਸ ਨੂੰ ਸਮਝਣ ਦਾ ਯਤਨ ਕੀਤਾ ਹੈ। ਛੋਟੀ ਜਿਹੀਆਂ ਝਲਕੀਆਂ ਮੈਂ ਤੁਹਾਡੇ ਸਾਹਮਣੇ ਰੱਖੀਆਂ। ਇਤਿਹਾਸ ਪੜ੍ਹਨ ਨੂੰ ਬਹੁਤ ਲੰਮੇਰਾ ਹੈ। ਮੈਂ ਕੋਸ਼ਿਸ਼ ਕਰਾਂਗਾ ਵੀਰ ਸੰਦੀਪ ਸਿੰਘ ਹੋਣਾ ਨੂੰ ਮੈਂ ਭੇਜ ਦੇਵਾਂਗਾ, ਛਪਵਾ ਕੇ ਪ੍ਰਬੰਧਕ ਕਮੇਟੀ ਜ਼ਰੂਰ ਘਰਾਂ ਤੱਕ ਪਹੁੰਚਾਓ, ਤਾਂ ਕਿ ਉਹ ਅਗਲੇ ਸਾਲ ਤੱਕ ਸਾਡੀ ਤਿਆਰੀ ਹੋ ਸਕੇ। ਕੋਟਾਨਕੋਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ